सतगुरु नानक प्रगटिया मिट्टी धुंध जग चानन हुआ। ज्यों कर सूरज निकलिया तारी छप अंधेर पुलवा। ज्ञान ध्यान किछ कर्म न जाना सार न जाना तेरी। सब ते वड्डा सतगुरु नानक जिन कल राखी मेरी। सब ते वड्डा सतगुरु नानक जिन कल राखी मेरी। साहिब श्री गुरु ग्रंथ साहब सच्चे पातशाह जी की पावन हजूरी विच सुभाईमान गुरु प्यारिओ, आप बड़े तनता दे जोग हों, सत्कार जोग हों। साहिबा दी मुबारक निघी गोद विच जुड़ के पातशाह जी की पावन बाणी का निघ माण रहे हो। सो आओ जो रोज की तरह आपां धन गुरु नानक साहब महाराज उन्हां दे जीवन सफर विचों सिक्ख्यावां साखी दे रूप विच प्राप्त कर रहे हाँ। अज दी विचार अज दा पड़ा गुरदेव पातशाह जी का कित्थों दा है, उस साखी विचों सिक्ख्या लैण दा यतन करिए। कुछ सुनन समझण सिखण तो पहला आपस विच सब ने हाजरी भरनी। इक्के बार कहण ते बोलना जी आखिओ वाहिगुरु जी का खालसा वाहिगुरु जी की फतेह। किन्ना महान सतगुर है जिन्हां ने अपनी जिंदगी दा एक एक हिस्सा मनुखता दे भले लई गुजार दिता। असीं किन्ने ना शुक्रे हाँ, एक पल भी गुरु लई मनुखता लई नहीं कढ़ रहे। गल्लां साडी जिंदगी दियां उस गुरु नानक साहब जी दे नाल जाके मिलदियां ने। असीं गुरु नानक दे सिख हां, गुरु नानक दी विचारधारा नूं मन्नण वाले हां, पूजण वाले हां, पर उन्हां दी सिੱਖਿਆ नूं बहुत घट ग्रहण करदे हां। सो सतगुरु पातशाह जी दी बख्शिश साडे भी कदे दिमाग विच, साडे भी कदे अंदरूनी ख्यालां दे अनुसार गुरु नानक साहब जी दी उच्ची सुच्ची पवित्र सोच आ जावे। असीं भी अपनी जिंदगी दा बाकी हिस्सा जिन्ना को बचदा धर्म दे लेखे, सच दे लेखे, मनुखता दे भले लई गुजारन दा यतन करिए। तां ही असीं फखर दे नाल माण दे नाल महसूस कर सकदे हां असीं गुरु दे सिख हां। नहीं चेता रखियो, लिखाउणा बड़ा सौखा, मैनूं सिख होण दे नां ते माण है। अज मिलदा ना आपां नूं ਉਹ लोगो मिल जाते ने, शर्टां मिल जांदियां ने जिन्हां ते लिखिया हुंदा सानू सिख होण दे नां ते माण है। पर कल्ली वो लिखती रहेगी, ना साडे पल्ले सिक्खी आ
ਤੇ ਨਾ ਹੀ ਸਾਨੂੰ ਸਿੱਖ ਹੋਣ ਦੇ ਨਾਂ ਤੇ ਕੋਈ ਮਾਣ ਦੀ ਗੱਲ ਆ। ਮਾਣ ਦੀ ਗੱਲ ਤਾਂ ਹੋਊ ਨਾ ਜੇ ਸਾਡੇ ਪੱਲੇ ਕੁਛ ਹੋਊਗਾ। ਹੁਣ ਦੂਜੀ ਗੱਲ ਥੋੜ੍ਹੀ, ਜਿਸ ਨਾਲ ਆਪਾਂ ਉਦਾਹਰਨ ਲੈ ਲਓ, ਉਹੀ ਬੱਚਾ ਸਾਰੀ ਕਲਾਸ ਦੇ ਵਿੱਚੋਂ ਦਾਅਵੇ ਨਾਲ ਕਹਿ ਸਕਦਾ ਐਤਕੀ ਦੀ ਵਾਰ ਮੇਰੀ ਪਹਿਲੀ ਪੋਜੀਸ਼ਨ ਹੈ, ਸਭ ਤੋਂ ਫਸਟ ਪੋਜੀਸ਼ਨ ਮੈਂ ਪਾਵਾਂਗਾ। ਕੌਣ? ਜਿਹਨੇ ਦਿਨ ਰਾਤ ਮਿਹਨਤ ਕੀਤੀ ਆ। ਉਹੀ ਖਿਡਾਰੀ ਕਹਿ ਸਕਦਾ ਗਰਾਊਂਡ ਦੇ ਵਿੱਚ ਜਾ ਕੇ, ਸਾਰੇ ਇਸ ਗਰਾਊਂਡ ਦੇ ਵਿੱਚ ਜਿੰਨੇ ਖਿਡਾਰੀ ਆਏ ਨੇ ਫਸਟ ਪੋਜੀਸ਼ਨ ਮੇਰੀ ਹੋਵੇਗੀ। ਕਿਉਂ? ਕਿਉਂਕਿ ਉਹਨੂੰ ਆਪਣੇ ਜ਼ੋਰ ਤੇ, ਆਪਣੇ ਬਲ ਤੇ, ਆਪਣੇ ਤਾਣ ਤੇ ਮਾਣ ਹੈ। ਹੁਣ ਜਿਹਦੇ ਪੱਲੇ ਜ਼ੋਰ ਹੀ ਨਹੀਂ ਹੈ, ਜਿਹਦੇ ਕੋਲੇ ਵਿੱਦਿਆ ਨਹੀਂ ਹੈ, ਪੜ੍ਹਾਈ ਨਹੀਂ ਹੈ, ਉਹ ਕਿਵੇਂ ਮਾਣ ਦੇ ਨਾਲ ਕਹਿ ਸਕਦਾ ਗਾ? ਜੇ ਕਵੇਗਾ ਤਾਂ ਉੱਥੇ ਆਪਾਂ ਕਵਾਂਗੇ ਵੀ ਫੜਾ ਨਾ ਮਾਰ, ਆਪਣੀ ਆਮ ਹੀ ਬੋਲੀ ਹੈ ਨਾ, ਫੜਾ ਨਾ ਮਾਰ ਭਾਈ। ਇੱਥੇ ਸਾਡੇ ਪੱਲੇ ਵਾਹਿਗੁਰੂ ਭਲਾ ਕਰੇ ਬਿਰਲਿਆਂ ਨੂੰ ਛੱਡ ਕੇ ਬਹੁਤੇ ਗੁਣ ਨਹੀਂ ਹਨ, ਤੇ ਜੇ ਗੁਣ ਨਹੀਂ ਹਨ ਤਾਈਓ ਅਸੀਂ ਅੰਦਰੋਂ ਥੋਥੇ ਹੋ ਗਏ, ਤੇ ਅੰਦਰੋਂ ਥੋਥੇ ਹੋਣ ਦੇ ਨਾਂ ਤੇ ਹੀ ਅਸੀਂ ਕਹਿ ਰਹੇ ਹਾਂ ਸਾਨੂੰ ਸਿੱਖ ਹੋਣ ਦੇ ਨਾਂ ਤੇ ਮਾਣ ਹੈ। ਕਹੀਏ ਜ਼ਰੂਰ ਕਹੀਏ, ਪਰ ਆਪਣੇ ਅੰਦਰ ਗੁਰੂ ਪਾਤਸ਼ਾਹ ਜੀ ਦਾ ਗਿਆਨ, ਗੁਰੂ ਦਾ ਦਰਸਾਇਆ ਹੋਇਆ ਮਾਰਗ, ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸਿਧਾਂਤ, ਉਹ ਆਪਣੀ ਜ਼ਿੰਦਗੀ 'ਚ ਲੈ ਆਈਏ ਤਾਂ ਸਾਡੀ ਜ਼ਿੰਦਗੀ ਦਾ ਭਲਾ ਹੈ। ਫਿਰ ਅਸੀਂ ਕਹਿ ਸਕਦੇ ਹਾਂ ਸਾਨੂੰ ਸਿੱਖ ਹੋਣ ਦੇ ਨਾਂ ਤੇ ਮਾਣ ਹੈ। ਆਪਣੀ ਗੱਲ ਸੀ ਗੁਰੂ ਨਾਨਕ ਦਾ ਇਤਿਹਾਸ। ਅੱਜ ਦਾ ਪੜਾਅ ਉਸ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਕਿੰਨੀ ਸੋਹਣੀ ਜ਼ਿੰਦਗੀ ਹੈ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਬੜਮੁੱਲਾ ਜੀਵਨ ਸਭ ਲੇਖੇ ਲਾ ਦਿੱਤਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੇ ਗੁਰਬਾਣੀ 'ਚ ਲਿਖਿਆ ਤੇ ਇਹ ਕਮਾ ਕੇ ਵਿਖਾਇਆਗਾ। ਸੋ ਆਓ ਆਪਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੇ ਵਿੱਚ ਜੋ ਵਿਚਾਰ ਕੱਲ੍ਹ ਕੀਤੀ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਚਾਰਕ ਫੇਰੀ ਦੇ ਦੌਰਾਨ ਲਾਹੌਰ ਦੁਨੀ ਚੰਦ ਸੇਠ ਉਹਨਾਂ ਨੂੰ ਮਿਲੇ। ਉਹਨਾਂ ਦੇ ਜੀਵਨ ਦੀ ਜਿਹੜੀ ਗਾਥਾ ਸੀ ਉਹ ਕੁਝ ਹੋਰ ਸੀ। ਗੁਰੂ ਸਾਹਿਬ ਨੇ ਅਜਿਹੀ ਮੱਤ ਦਿੱਤੀ, ਅਜਿਹਾ ਗਿਆਨ ਦਿੱਤਾ, ਬਦਲ ਗਿਆ। ਕਿੰਨਾ ਕੁ ਬਦਲ ਗਿਆ? ਕਰਤਾਰਪੁਰ ਸਾਹਿਬ ਦੀ ਜ਼ਮੀਨ, ਕਰਤਾਰਪੁਰ ਸਾਹਿਬ ਦੀ ਉਸਾਰੀ ਦੁਨੀ ਚੰਦ ਸੇਠ ਨੇ ਆਪ ਨਾਲ ਲੱਗ ਕੇ ਕਰਵਾਈ, ਪੈਸੇ ਪੱਖੋਂ ਵੀ, ਤਨ ਕਰਕੇ, ਮਨ ਕਰਕੇ ਤੇ ਧਨ ਕਰਕੇ ਵੀ। ਫਿਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਭਾਈ ਲਾਲੋ ਦੇ ਘਰ, ਮਲਕ ਭਾਗੋ ਦੇ ਘਰ, ਪੂਰੀ ਸੈਦਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਵਿਖਾਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਉਸ ਤੋਂ ਬਾਅਦ ਵਿੱਚ ਇੱਥੋਂ ਤੱਕ ਆਪਾਂ ਵਿਚਾਰ ਰੋਕੀ ਸੀ ਕਿ ਗੁਰੂ ਨਾਨਕ ਸਾਹਿਬ ਹੁਣ ਆਪਣੇ ਘਰ ਨਨਕਾਣਾ ਸਾਹਿਬ, ਵਾਹਿਗੁਰੂ ਭਲਾ ਕਰੇ, ਤਲਵੰਡੀ, ਰਾਏ ਭੋਜ ਦੀ ਤਲਵੰਡੀ ਪਹੁੰਚਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਰਾਏ ਭੋਜ ਦੀ ਤਲਵੰਡੀ ਪਹੁੰਚੇ। ਆਪਣੇ ਘਰ ਜਿਸ ਟਾਈਮ ਤੇ ਪਹੁੰਚੇ ਨੇ, ਸਭ ਨੇ ਖੁਸ਼ੀ ਮਨਾਈ। ਕਾਫੀ ਲੰਬੇ ਟਾਈਮ ਤੋਂ ਵਾਪਸ ਆਏ ਨੇ, ਖੁਸ਼ੀ ਹੋਣੀ ਆ। ਗੁਰੂ ਨਾਨਕ ਸਾਹਿਬ ਵਾਪਸ ਪਰਤਦੇ ਨੇ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇਰਦ ਗਿਰਦ ਸੰਗੀ ਸਾਥੀ ਵੀ ਆ ਕੇ ਮਿਲਦੇ ਨੇ। ਕੋਈ ਆਪਣਾ ਕਿਹੋ ਜਿਹਾ ਖਿਆਲ ਪ੍ਰਗਟ ਕਰਦਾ, ਕੋਈ ਕਿਹੋ ਜਿਹਾ ਖਿਆਲ ਪ੍ਰਗਟ ਕਰਦਾ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਜਿੱਥੇ ਆ ਕੇ ਭੈਣ ਭਰਾ, ਹੋਰ ਗੁਆਂਢੀ ਰਿਸ਼ਤੇਦਾਰ ਜਾਂ ਕੋਈ ਹੋਰ ਦੋਸਤ ਮਿੱਤਰ ਮਿਲਦੇ ਨੇ, ਉੱਥੇ ਅੱਜ ਗੁਰੂ ਨਾਨਕ ਸਾਹਿਬ ਦਾ ਬਾਪ ਤੇ ਗੁਰੂ ਨਾਨਕ ਸਾਹਿਬ ਦੀ ਮਾਂ ਤ੍ਰਿਪਤਾ, ਉਹਨਾਂ ਦੋਵਾਂ ਜਣਿਆਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਇੱਕ ਗੱਲ ਕਹੀ। ਉਹ ਕਿਹੜੀ ਗੱਲ ਕਹੀ ਆ?
क्योंकि हर एक माँ बाप नूं इस गल ते रुकना पैंदा, भरोसा करना पैंदा भी मेरे बुढ़ेपे दा सहारा मेरे पुत्त ने, मेरियां धीआं, इन्हां तो बिना मैं होर किसे नूं नहीं मनदा। हुण मां भी बुढ़ी हुंदी आ ते बाप भी बुढ़ा हुंदा। इथों तक लिखिया भी धन गुरु नानक देव महाराज जी दे बाप दी उम्र आ जिहड़ी ਉਹ 65 साल तो 67 साल ਦੇ ਵਿਚਕਾਰ, माता तृप्ता दी उम्र भी 63 62 64 ਦੇ ਤਕਰੀਬਨ ਹੋ ਚੁੱਕੀ ਆ, ਬੁੱਢੇ ਹੋ ਚੁੱਕੇ ਨੇ। ਅੱਜ ਗੁਰੂ ਨਾਨਕ ਸਾਹਿਬ ਨੂੰ ਆਪਣੇ ਪੁੱਤ ਨੂੰ, ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਪਿਤਾ ਕਾਲੂ ਨੇ ਇਹ ਗੱਲ ਕਹੀ, ਪੁੱਤਰ ਇੱਕ ਮੇਰੇ ਮਨ ਦਾ ਖਿਆਲ ਆ, ਹਰ ਕੋਈ ਬਾਪ, ਹਰ ਕੋਈ ਮਾਂ ਇਹ ਚਾਹੁੰਦੀ ਆ ਵੀ ਸਾਡੇ ਬੁੱਢੇ ਹੋਇਆਂ ਦੇ ਤੂੰ ਕੋਲੇ ਰਹਿ, ਹੁਣ ਨਾ ਜਾਈਂ ਤੂੰ, ਸਾਰੀ ਉਮਰ ਪੁੱਤ ਤੂੰ ਮੈਥੋਂ ਦੂਰ ਹੀ ਰਹਾਂਗਾ। ਗੌਰ ਕਰਕੇ ਵੇਖੋ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਜਿਹੜੀ ਗਾਥਾ ਗੀ ਉਹ ਕਿਹੋ ਜੀ ਆ ਤੇ ਬਾਪ ਦੇ ਜੀਵਨ ਦੀ ਜਿਹੜੀ ਕਹਾਣੀ ਆ ਉਹ ਕਿਹੋ ਜੀ ਆ। ਸੱਚਮੁੱਚੀ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦਾ ਬਾਪ ਆਪਸ ਵਿੱਚ ਬਹੁਤ ਘੱਟ ਰਹੇ ਨੇ ਇਕੱਠੇ। ਤੇ ਹੁਣ ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਬਾਪ ਕਹਿੰਦਾ, ਪੁੱਤ ਵੇ ਤੂੰ ਹੁਣ ਤੱਕ ਮੈਥੋਂ ਦੂਰ ਹੀ ਰਿਹਾ, ਪੋਤਾ ਆਪਾਂ ਆਪਸ ਦੇ ਵਿੱਚ ਇਕੱਠੇ ਨਹੀਂ ਰਹੇਗੇ। ਮੇਰੇ ਮਨ ਦਾ ਖਿਆਲ ਆ ਤੂੰ ਪੁੱਤ ਮੈਂ ਬੁੱਢਾ ਹੋ ਚੁੱਕਿਆਂਗਾ ਤੇ ਮੇਰੇ ਕੋਲ ਹੀ ਰਹਿ। ਹਰ ਇੱਕ ਮਾਂ ਬਾਪ ਨੂੰ ਇਦਾਂ ਦਾ ਖਿਆਲ ਹੁੰਦਾ। ਕਿਉਂ ਬਾਪੂ, ਕੀ ਗੱਲ? ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਪੁੱਛਣਾ ਕੀਤਾ ਤੇ ਉਦੋਂ ਬਾਪੂ ਨੇ ਆਪਣੀ ਮੁਖ ਦੇ ਨਾਲ ਹੀ ਗੱਲ ਕਹੀ, ਕਹਿੰਦਾ ਕੀ ਪਤਾ ਕਦੋਂ ਕੋਈ ਕਿਸੇ ਤਰ੍ਹਾਂ ਦਾ ਭਾਣਾ ਵਾਪਰ ਜਾਏ। ਆਪਾਂ ਸਮਝ ਗਏ ਵੀ ਜਿਹੜੀ ਗੱਲ ਹੁਣ ਪਿਤਾ ਕਾਲੂ ਜੀ ਕਹਿੰਦੇ ਨਾ ਵੀ ਕੀ ਪਤਾ ਕਦੋਂ ਕਿਸੇ ਵਕਤ ਕਿਹੜਾ ਕੋਈ ਭਾਣਾ ਵਾਪਰ ਜਾਏ, ਮਤਲਬ ਸਾਡੀ ਡੈਥ ਹੋ ਸਕਦੀ ਆ, ਮੌਤ ਹੋ ਸਕਦੀ ਆ। ਬੁੱਢੇ ਹੋ ਗਏ ਨਾ, ਕੋਈ ਗੱਲ ਨਹੀਂ ਬਾਪੂ, ਮੈਂ ਤੁਹਾਡੇ ਅੰਗ ਸੰਗ ਰਵਾਂਗਾ। ਦੂਸਰੀ ਗੱਲ ਪੁੱਤ ਵੀ ਇੱਕ ਬੇਨਤੀ ਮੇਰੀ ਹੋਰ ਆ, ਸਾਨੂੰ ਪਤਾ ਵੀ ਤੇਰੀ ਜ਼ਿੰਦਗੀ ਦਾ ਜਿਹੜਾ ਸੁਹਾਗ ਆ, ਤੇਰਾ ਜਿਹੜਾ ਅੰਦਰ ਦਾ ਪੱਖਾ ਖਿਆਲ ਆ ਉਹ ਦੁਨੀਆ ਵਰਗਾ ਨਹੀਂ ਹੈ। ਦੁਨੀਆ ਦੇ ਬੱਚਿਆਂ ਦਾ, ਨੌਜਵਾਨਾਂ ਦਾ, ਦੁਨੀਆ ਦੇ ਲੋਕਾਂ ਦਾ ਅੰਦਰ ਦਾ ਸੁਭਾਅ, ਮਨ ਦਾ ਸੁਭਾਅ ਉਹ ਕੁਝ ਹੋਰ ਹੁੰਦਾ। ਮੈਂ ਤੈਨੂੰ ਸਮਝ ਚੁੱਕਿਆਂਗਾ ਕਿ ਤੇਰਾ ਸੁਭਾਅ ਆ ਉਹ ਕੁਝ ਹੋਰ ਆ। ਉਹ ਤੂੰ ਸਾਨੂੰ ਪਹਿਲੀ ਵਾਰ ਜਾਣ ਵੇਲੇ ਦੱਸ ਦਿੱਤਾ ਸੀ ਵੀ ਮੇਰੇ ਇਕੱਲੇ 2 ਬੱਚੇ ਨਹੀਂ ਹਨ, ਮੇਰੇ ਬੱਚੇ ਬੜੇ ਨੇਗੇ ਤੇ ਉਹਨਾਂ ਬੱਚਿਆਂ ਦੀ ਮੈਂ ਜਾ ਕੇ ਆਵਾਜ਼ ਸੁਣਨੀ ਆ ਤੇ ਉਹਨਾਂ ਬੱਚਿਆਂ ਦੇ ਜਾ ਕੇ ਹੌਂਕੇ, ਦਰਦ ਉਹ ਮੈਂ ਦੂਰ ਕਰਨੇ ਨੇ। ਮੇਰੀ ਜ਼ਿੰਦਗੀ ਦਾ ਮੁੱਖ ਵਿਸ਼ਾ ਇਹੀ ਆ, ਹੋਰਾਂ ਦਾ ਦਰਦ ਵੰਡਾਉਣਾ। ਇੱਥੇ ਗੱਲ ਹੋਰ ਧਿਆਨ ਵਿੱਚ ਰੱਖਿਓ। ਆਪਾਂ ਆਮ ਕਰਕੇ ਕਹਿ ਦਿੰਦੇ ਵੀ ਜਦੋਂ ਕਿਸੇ ਗੁਆਂਢੀ ਦੇ ਰਿਸ਼ਤੇਦਾਰ ਦੇ ਮੌਤ ਹੋ ਜਾਵੇ ਨਾ, ਆਪਾਂ ਕਹਿੰਦੇ ਜੀ ਅਸੀਂ ਦੁੱਖ ਵੰਡਾਉਣ ਚੱਲੇ ਆ। ਦਰਅਸਲ ਦੁੱਖ ਵੰਡਾਉਣ ਵਾਲਾ ਤਾਂ ਜੇ ਪੂਰੀ ਦੁਨੀਆ ਵਿੱਚ ਵੇਖਣਾ ਨਾ, ਗੁਰੂ ਨਾਨਕ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਜ਼ਰ ਆਉਣਗੇ। ਦੁਨੀਆ ਦੇ ਵਿੱਚ ਦੁੱਖ ਸਾਂਝਾ ਕਰਨ ਵਾਲੇ ਬੜੇ ਨੇ, ਸਾਂਝਾ ਭਾਵ ਗੱਲਾਂ ਬਾਤਾਂ ਕਰਨ ਵਾਲੇ ਬਹੁਤ ਲੋਕ ਨੇ, ਪਰ ਦੁੱਖ ਨੂੰ ਆਪਣੇ ਹਿੱਸੇ ਲੈਣਾ ਉਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਜਿਨ੍ਹਾਂ ਨੂੰ ਆਪਾਂ ਅੱਜ ਆਪਣੇ ਦਿਮਾਗ ਵਿੱਚੋਂ, ਆਪਣੇ ਮਨ ਵਿੱਚੋਂ ਵਿਸਾਰ ਚੁੱਕੇ ਆ। ਉਹਨਾਂ ਨੇ ਪੂਰੀ ਮਨੁੱਖਤਾ ਦੇ ਨਾਲ ਦੁੱਖ ਵੰਡਾਇਆ ਵੀ ਸਾਨੂੰ ਕੋਈ ਗੱਲ ਨਹੀਂ, ਤੁਹਾਡਾ ਦੁੱਖ ਦੇ ਦਿਓ, ਤੁਹਾਡਾ ਦੁੱਖ ਮੇਰਾ ਦੁੱਖ ਆਗਾ। ਜਿੱਥੇ ਕੋਈ ਪਿੰਗਲਾ, ਕੋਈ ਲੰਗਾ, ਕੋਈ ਡੂਲਾ ਕਿਹੋ ਜਿਹਾ ਵੀ ਟੱਕਰਦਾ ਤੇ ਉਹਦਾ ਗੁਰੂ ਨਾਨਕ ਸਾਹਿਬ ਨੇ ਇਲਾਜ ਕੀਤਾ। ਤੇ ਪੁੱਤਰਾਂ ਦੇ ਦਾਨੀ ਨੇ ਤਾਂ ਆਪਣੇ ਦੁੱਖਾਂ ਤੋਂ ਨਾ ਸਾਨੂੰ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ, ਗੁਲਾਮੀ ਦੇ ਫੰਦੇ ਵਿੱਚੋਂ ਸਾਨੂੰ ਕੱਢਣ ਦੇ ਲਈ ਆਪਣਾ ਪਰਿਵਾਰ ਹੀ ਵਾਰ ਦਿੱਤਾ। ਅਜਿਹਾ ਪਿਤਾ, ਅਜਿਹਾ ਗੁਰੂ ਸਾਨੂੰ ਕਿਤੇ ਨਹੀਂ ਮਿਲਣਾ, ਪੂਰੀ ਦੁਨੀਆ ਦੇ ਵਿੱਚ ਨਾ ਮਿਲਿਆ, ਨਾ ਮਿਲਣਾਗਾ, ਨਾ ਮਿਲੇ। ਦੁੱਖ ਵੰਡਾਉਣ ਵਾਲੇ ਇਹ ਪਾਤਸ਼ਾਹ ਨੇ, ਬਾਕੀ ਦੁਨੀਆ ਦੇ ਵਿੱਚ ਗੱਲਾਂ ਮਾਰਨ ਵਾਲੇ ਬਹੁਤ ਨੇ, ਇਹ ਸੱਚ ਜਾਣਿਓ।
ਹੁਣ ਦੁਨੀਆ ਦੇ ਲੋਕਾਂ ਦਾ ਸੁਭਾਅ ਆ ਦੁੱਖ ਸਾਂਝਾ ਕਰਦੇ ਨੇ, ਸਾਂਝੇ ਦੁੱਖ ਨੂੰ ਗੱਲਾਂ ਬਾਤਾਂ ਕਰਨ ਨੂੰ ਦੁੱਖ ਵੰਡਾਉਣਾ ਕਹਿੰਦੇ ਨੇ। ਤੇ ਪਰ ਗੁਰੂ ਨਾਨਕ ਸਾਹਿਬ ਆ ਜਿਹਨੇ ਜਾ ਕੇ ਦੁੱਖ ਵੰਡਾਇਆ ਲੋਕਾਂ ਨਾਲ। ਹੁਣ ਬਾਪੂ ਆਪਣੇ ਪੁੱਤ ਨੂੰ ਕਹਿੰਦਾ, ਪੁੱਤ ਵੇ ਮੈਨੂੰ ਪਤਾ ਤੇਰਾ ਜਿਹੜਾ ਸੁਭਾਅ ਆ ਉਹ ਅਲੱਗ ਆਗਾ, ਉਹ ਦੁਨੀਆ ਦੇ ਨੌਜਵਾਨਾਂ ਵਰਗਾ ਸੁਭਾਅ ਨਹੀਂ ਹੈ। ਤੇ ਪਰ ਪੁੱਤ ਮੇਰੀ ਇੱਕ ਬੇਨਤੀ ਹੋਰ ਆ, ਮੇਰੀ ਅੰਦਰ ਦੀ ਖਾਸ਼ ਵੀ ਆ, ਬੇਨਤੀ ਨਹੀਂ ਹੈ, ਮੇਰੇ ਅੰਦਰ ਦੀ ਭਾਵਨਾ ਵੀ ਹੈ। ਉਹ ਭਾਵਨਾ ਕਿਹੜੀ ਆ, ਖੁਆਇਸ਼ ਕਿਹੜੀ ਆ ਮੇਰੇ ਅੰਦਰ ਦੀ? ਜਿਸ ਦਿਨ ਪੁੱਤ ਮੈਂ ਇਸ ਦੁਨੀਆ ਤੋਂ ਚਲਾ ਗਿਆ ਨਾ, ਮੇਰੀ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ। ਸੁਭਾਵਕ ਆ, ਰਾਣਾ ਰੌਣਾ ਕੋ ਰਹਿ ਜਿਹਾ ਚਿਰੀ ਲਿਖਿਆ, ਤੇਹਾ ਹੁਕਮ ਕਮਾਹੇ ਘੱਲਿਆ ਵੇ ਨਾਨਕਾ, ਸੱਦੇ ਉੱਠੀ ਜਾਹੇ। ਸੁਭਾਵਕ ਆ, ਉਹ ਰੱਬ ਜੀ ਦਾ ਨਿਜਮ ਆ, ਇਸ ਧਰਤੀ ਤੋਂ ਮੈਂ ਜਾਣਾ। ਤੇ ਪਰ ਨਾ ਮੇਰੀ ਅੰਦਰ ਦੀ ਇੱਕ ਖੁਆਇਸ਼ ਆ, ਪੁੱਤ ਵੇ ਭਾਵੇਂ ਆਪਾਂ ਜ਼ਿੰਦਗੀ ਦੇ ਵਿੱਚ ਇਕੱਠੇ ਬਹੁਤ ਘੱਟ ਰਹੇ ਆ, ਆਪਾਂ ਇਕੱਠੇ ਨਹੀਂ ਰਹੇ ਬਹੁਤਾ, ਸਾਨੂੰ ਪਤਾ ਬੇਸ਼ੱਕ ਤੂੰ ਕਹਿ ਰਿਹਾ ਅਸੀਂ ਤੁਹਾਡੇ ਅੰਗ ਸੰਗ ਹਾਂ, ਤੁਹਾਡੇ ਕੋਲ ਰਵਾਂਗੇ, ਪਰ ਇਹ ਗੱਲ ਧਿਆਨ ਵਿੱਚ ਰੱਖੀ ਬਾਪੂ, ਵਾਹਿਗੁਰੂ ਬੇਟਾ ਭਾਵੇਂ ਤੂੰ ਸਾਡੇ ਕੋਲ ਹੋਵੇਂ, ਸਰੀਰ ਕਰਕੇ ਜਿਉਂਦੇ ਆ, ਭਾਵੇਂ ਨਾ ਹੋਵੇਂ, ਜਿੰਨਾ ਟਾਈਮ ਅਸੀਂ ਜਿਉਂਦੇ ਆ, ਪਰ ਇੱਕ ਗੱਲ ਜਿਹੜੀ ਅੰਦਰ ਦੀ ਖੁਆਇਸ਼ ਆ ਨਾ, ਉਹ ਇਹ ਆ, ਜਿਸ ਦਿਨ ਮੈਂ ਤੇ ਤੇਰੀ ਮਾਂ ਚੜ੍ਹਾਈ ਕਰ ਗਏ ਨਾ, ਮਤਲਬ ਖਤਮ ਹੋ ਗਏ, ਸਾਡੀ ਅਰਥੀ ਨੂੰ ਮੋਢਾ ਤੇਰਾ ਲੱਗੇ, ਕਿਸੇ ਹੋਰ ਦਾ ਨਾ ਲੱਗੇ। ਮੇਰੇ ਅੰਦਰ ਦੀ ਇਹ ਖੁਆਇਸ਼ ਆ ਪੁੱਤ, ਭਾਵੇਂ ਆਪਾਂ ਇਕੱਠੇ ਨਹੀਂ ਰਹੇਗੇ, ਪਰ ਮੇਰੀ ਅਰਥੀ ਨੂੰ ਮੋਢਾ ਨਾ ਤੇਰਾ ਲੱਗਣਾ ਚਾਹੀਦਾਗਾ। ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਨੂੰ, ਆਪਣੀ ਮਾਂ ਨੂੰ ਆਪਣੀ ਛਾਤੀ ਨਾਲ ਲਾਇਆ। ਛਾਤੀ ਨਾਲ ਲਾ ਕੇ ਨਾ ਕੀ ਕਿਹਾ, ਕੋਈ ਗੱਲ ਨਹੀਂ ਬਾਪੂ, ਭਾਵੇਂ ਮੈਂ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਬਹੁਤੀਆਂ ਖੁਆਇਸ਼ਾਂ ਪੂਰੀਆਂ ਨਹੀਂ ਕਰ ਸਕਿਆ, ਇਹ ਮੇਰੇ ਸਿਰ ਤੇ ਕਹਿ ਲੋ ਤੁਹਾਡਾ ਇੱਕ ਬਹੁਤ ਵੱਡਾ ਉਲੰਭਾ। ਇਹ ਸੱਚਾ, ਦੁਨੀਆ ਦੇ ਵਿੱਚ ਅਜਿਹਾ ਕੋਈ ਨਵੇਕਲਾ ਹੀ ਹੁੰਦਾਗਾ। ਮੈਂ ਤੁਹਾਡੀਆਂ ਬਹੁਤੀਆਂ ਮਨ ਦੀਆਂ ਖੁਆਇਸ਼ਾਂ ਭਾਵਨਾਵਾਂ ਪੂਰੀਆਂ ਨਹੀਂ ਕਰ ਸਕਿਆਗਾ, ਮੈਨੂੰ ਮਾਫ ਕਰੀ ਬਾਪੂ, ਪਰ ਤੁਹਾਡੇ ਵਰਗੇ ਮੇਰੇ ਪਿਤਾ ਨਾ, ਤੁਹਾਡੇ ਵਰਗੀਆਂ ਮੇਰੀਆਂ ਮਾਵਾਂ ਇਹ ਜੱਗ ਵਿੱਚ ਬਾਲੀਆਂ ਦੁਖੀ ਨੇ, ਤੁਸੀਂ ਤਾਂ ਬੜੇ ਸੌਖੇ ਸੀ, ਇਸ ਕਰਕੇ ਮੈਂ ਤੁਹਾਡੇ ਵੱਲ ਧਿਆਨ ਨਹੀਂ ਦਿੱਤਾ। ਪਰ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਨਾ, ਆਰਥੀ ਨੂੰ ਮੋਢਾ, ਇਹ ਮੈਂ ਤੁਹਾਡੀ ਖੁਆਇਸ਼ ਜ਼ਰੂਰ ਪੂਰੀ ਕਰਾਂਗਾ। ਬੇਸ਼ੱਕ ਮੈਂ ਕਿਤੇ ਵੀ ਹੋਵਾਂ, ਜਿਸ ਦਿਨ ਕੋਈ ਅਜਿਹੀ ਗੱਲਬਾਤ ਹੋਵੇਗੀ ਤੇ ਅਰਥੀ ਨੂੰ ਮੋਢਾ ਮੇਰਾ ਹੀ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਘਰ ਵਾਪਸ ਪਰਤਣ ਤੇ ਕੁਝ ਸਮਾਂ ਰਹਿਣ ਤੇ ਆਪਣੇ ਬਾਪੂ ਦੇ ਨਾਲ ਇਦਾਂ ਦੀ ਵਿਚਾਰਧਾਰਾ, ਇਦਾਂ ਦੀ ਕਹਿ ਲੋ ਗੱਲਬਾਤ ਆਪਸ ਵਿੱਚ ਬੁਢੇਪਿਆਂ ਦਾ ਜਿਹੜਾ ਦੁੱਖ ਸੁੱਖ ਆ ਉਹ ਸਾਂਝਾ ਕੀਤਾ। ਹੁਣ ਭਾਈ ਮਰਦਾਨਾ ਜੀ ਆ, ਉਹ ਵੀ ਆਪਣੇ ਘਰ, ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਜਾ ਕੇ ਮਿਲ ਕੇ ਆਏ ਨੇ। ਉਹਨਾਂ ਨੇ ਵੀ ਇਦਾਂ ਦੀ ਵਿਚਾਰਧਾਰਾ, ਉਹਨਾਂ ਨੇ ਵੀ ਆਪਣੇ ਮਾਂ-ਬਾਪ, ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ, ਵਾਪਸ ਪਰਤ ਆਏ। ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਜਿਹੜੀ ਯਾਤਰਾ ਗਈ, ਹੁਣ ਹਿੰਦੂ ਤੀਰਥਾਂ ਵੱਲ ਜਾਂਦੇ ਨੇ। ਇੱਥੇ ਮੈਂ ਗੱਲ ਹੋਰ ਤੁਹਾਡੇ ਧਿਆਨ ਵਿੱਚ ਦਿਵਾਵਾਂਗਾ। ਇਤਿਹਾਸ ਵਿੱਚੋਂ ਜਦੋਂ ਆਪਾਂ ਪੜ੍ਹਦੇ ਆ ਨਾ ਵੀ ਗੁਰੂ ਨਾਨਕ ਸਾਹਿਬ ਤੀਰਥਾਂ ਤੇ ਗਏ, ਉੱਥੇ ਮੋਟੇ ਅੱਖਰਾਂ ਦੇ ਵਿੱਚ ਲਿਖੇ ਮਿਲਦੇ ਨੇ, ਗੁਰੂ ਨਾਨਕ ਸਾਹਿਬ ਤੀਰਥਾਂ ਤੇ ਗਏ। ਜਦੋਂ ਇਹ ਗੱਲ ਮਿਲਦੀ ਆ ਨਾ ਤੇ ਸਾਨੂੰ ਬਹਾਨਾ ਮਿਲ ਜਾਂਦਾ ਜੀ, ਅਸੀਂ ਤਾਂ ਜਾਵਾਂਗੇ। ਕਿਉਂ? ਕਿਉਂਕਿ ਸਾਡਾ ਗੁਰੂ ਵੀ ਗਿਆ। ਅਸੀਂ ਨਹੀਂ ਕਹਿੰਦੇ ਵੀ ਨਹੀਂ ਜਾਣਾ, ਜਾਣਾ ਜ਼ਰੂਰ ਚਾਹੀਦਾ, ਸਾਡਾ ਗੁਰੂ ਵੀ ਗਿਆ। ਪਰ ਸਤਿਗੁਰਾਂ ਦਾ ਜਾਣ ਦਾ ਮਕਸਦ ਕੀ ਆ ਤੇ ਸਾਡਾ ਜਾਣ ਦਾ ਮਕਸਦ ਕੀ ਆ? ਹੁਣ ਮੇਰਾ ਪਿਤਾ ਵੀ ਗੁਰੂ ਨਾਨਕ ਪਾਤਸ਼ਾਹ ਵੀ ਹਰਿਦੁਆਰ ਗਏ ਆ ਨਾ,
मेरा नानक पातशाह भी जिथे अज दुनिया उन्होंने जन्म दिहाड़े ते ट्रकों के ट्रक भर भर जाते ने उत्थे गए आ ना, ये गल नहीं भी नहीं गए, गए ने, पर उन्होंने जाण दा कारण की आ ते साडे जाण दा कारण की आ, इस गल दी पड़चोल असीं खुद करनी आ। असीं हरिद्वार जाने आ ना, अज हर एक स्टेज ते रौला पै जांदा नहीं जी उत्थे साडा कुछ नहीं जाना चाहिदा, आपां भी कहांगे भी नहीं जाना चाहिदा, सानू भी नफरत नहीं जाना चाहिदा, पर उत्थे बहुतिआं दा ख्याल की हुंदा अमृतधारी ਸਿੰਘਾਂ दा नहीं जी उत्थे तां गुरु नानक साहब भी गए सी ते साडा भी उत्थे जाना जरूरी आ, बहुत जरूरी आ। आपां नहीं कहंदे भी नहीं जरूरी है, पर एक कारण जरूर लभना पऊ उन्हां दे जाण दा कारण की आ ते साडे जाण दा कारण अज की है। इस गल ते मेरे ख्याल मुताबक आपां नूं इत्थे बोलण दी जरूरत नहीं, तुसीं खुद अंकड़े आ जिहड़े ओह कढ सकदे हो, असीं क्यों जाने आ ते गुरु नानक साहब क्यों गए सी। एक गल होर ध्यान विच रखियो, गुरु नानक साहब जी ने पहली जिहड़ी यात्रा ना, पहली जिहड़ी मतलब कि अपनी प्रचारक दौरा गा, प्रचारक फेरी आ, ओह हिंदू तीर्थां वल पाई सी। ये मैं पहले तुहाडे नाल सांझी कर लवां, बेशक यह गल बाद में सांझी करन वाली है, पर पहलां तुहाडे ध्यान विच आ जावे, क्योंकि एक दुश्मन हुंदा सानू बाहरों नज़र आउंदा। एक दुश्मन वो आ ना जिहड़ा बाहरों नज़र आउंदा भी ये मेरा दुश्मन आगा, एक दुश्मन वो आ जिहड़ा बाहरों अपना लगदा, अपना लगदा ना, पर वो दुश्मन बड़ा खतरनाक आ। दींदा मैनू इउं आ भी तां मेरा यार, मैनू तो इउं ही भुलेखा पैंदा ना, पर अंदरों उन्हें दाती है जिहड़ी वो जड़ च पा लई। अपनी आम ही कहावत आ भी साडी दाती जड़ च पै चुकी आ, वो दुश्मन तो बचना बहुत जरूरी हुंदा। जिवें आपां नूं पता ना चोरी सुत्ते पिआं दी हुंदी आ ते ठगी जागदे ना मरी जाती है। हुण ज्यादातर की आ चोरां तो बचण दे लई पहरेदारी कीती जाती है, पर अज तक तुसीं दुनिया दे विच किसे पिंड, किसे इलाके, किसे शहर मुहल्ले दे विच इदां वेखिआ भी ठग्गां तो बचण दे लई पहरे लगदे होण भी साडे पिंड 'च ठग बहुत ने, उन्हां तो बचण लई पहरे ना, पहरे जिन्ने मर्जी ला दो, ठग्गां तो बचण लई पहरे ला लो, पर चेता रखियो ठग आ ना जिहड़े वो पहरे लग्गिया होण दे बावजूद भी ठगी मार जांदे ने। चोरी सुत्ते पिआं दी नेरे हुंदी आ, कोई दिसे ना तद हुंदी आ, ठगी मनुखता दे विच ही वजदी आ। हुण जिहड़े बाहरों दुश्मन आ ना, वो तो आपां नूं पता भी सानू कुट्टणगे, मारनगे, वड्डणगे, उन्हां तो असीं सुचेत हो गए। एक ठगी दा नमूना धारण करके साडा मित्र बन गया, मिठा प्यारा बन गया, जिन्हां नूं बाबा फरीद साहब जी ने कहा ना दिल काती गुड़वात, बाहर देसा चानना दिल अंधियारी रात, जिन्हां दे हत्थ विच काती मींज कैंची ते मुख दे विच गुड़ वर्गियां मिठियां मिठियां गल्लां। वो मिठियां मिठियां गल्लां मारन वाले कौन ने? बड़े बड़े चोलियां वाले बाबे, बड़े बड़े लीडर, बड़े बड़े धर्म दे ठेकेदार, वड्डियां वड्डियां गल्लां मारन वाले। वाहिगुरू भला करे। गल्लां सुने तो बिना सानू ज्ञान नहीं होवेगा, पर इन्ना जरूर परख होनी चाहिदी आ किहड़ी गल किस आगाज विच, किस लहजे विच, की कारण नूं मुख रख के बोली जाती आ, इन्ना जन जरूर पता होना चाहिदा। हुण गलबात आ उदासी दी पहली प्रचारक फेरी ते गुरु नानक साहब ने भी कीती है ना, बाबे भेख बनाया, उदासी की रीत चलाई ते भेखी उदों बड़े सन। हुण जिहड़ा काम उदों लोग करदे आ उही काम बाबा नानक करदा, पर बाबे नानक ने सच दा उपदेश दिता। कूड़ अमावस सच चंद्रमा दिसै नहीं कह चढ़िया। जिस दिन मस्या वाली रात होवे ना, उदे चंद्रमा दिखाई नहीं दिंदा गा। ये पूरी दुनिया दे विच मस्या वाली रात कूड़ अमावस, मस्या दा असली रात अमावस है ना, ते अमावस हनेरी रात, ते हनेरी रात दे विच गुरु नानक साहब ने दीवा बालिया गा।
अंधी रैत ज्ञान विहूणी भाहे भरे मुरदार। अंधी रैत भाव अंधी दुनिया, अन्नी दुनिया दे विच गुरु नानक साहब ने ना हर एक अख नूं रोशनी दित्ती आ, ते पर दुनिया दे विच साडी रोशनी खोही जांदी आ। दुनिया दे विच साडी रोशनी साडा दीवा खोया जांदा, इन्ना ही फर्क हैगा। हुण आपां गल करदे सी भी भाव चोरी हनेरे विच सुत्तिਆਂ ते हुंदी आ, चोरां तो बचण लई पहरेदारी कीती जांदी आ, ठग्गां तो बचण दे लई भावें पहरेदारी कर लईए पर बचना मुश्किल आ। ठग बड़े सुचेत ने, बड़े खतरनाक नेगे। इवें जिवें बाहरों कोई दुश्मन आ ना, वो सानू नज़र आउंदा, वो तो आपां बच के रहांगे, पर एक अंदर दा दुश्मन आ, वो तो बचना औखा। फिर दशमेश पिता ने ना एक इतिहासक बचन कहागा, जाबे गहै विपरण की रीत। फिर अगे पता की क्या तुहाडे सब दे चेते होवेगा, मैं ना करूं इनकी प्रतीत। मैं नहीं ना ते भरोसा करदागा किन्ना ते, जिन्हां दे अंदर विपरवादी सोच आ। वो विपरवादी सोच वाले कौन ने? धर्म दा नां वरत के, डेरे दे नां ते, गुरद्वारे दे नां ते, मंदिर दे नां ते, धर्म दे नां ते वरत के लोकां नूं लुटण वाले। बाबे नानक ने पहला निशाना उन्हां ते साधिया जिहड़े धर्म दे नां ते लुक के, मिठे होके, दिल विचों बेईमानी रख के, मूँह विचों मिठियां गल्लां करके लोकां नूं लुट रहे ने। बाबा नानक पहला उन्हां कनी गया। फिर उत्थे ना 10वें पातशाह ये नहीं कहागा, देखो 10वें पातशाह दे वेले गुरु नानक साहब दा भाव 10वां रूप आ, उस वेले कौन सब तो बड़ा दुश्मन आ? मुसलमान सब तो बड़ा दुश्मन आ। पर गुरु साहब ने मुसलमान नूं नहीं कहा जाबे गह मुसलमान की रीत ना, जाबे गह विपरण की रीत। मैं ना करूं इनकी प्रतीत। गुरु साहब कहंदे मुसलमान तो सामने होके लड़दा, वो तो मैदान जंग दे विच लड़दा ना, वो पर धोखा नहीं करदा। चेता रखियो, जिहड़ा विपर है ना, ये धोखा बड़ा करदा। ये तो बचण दी अज बड़ी सख्त लोड़ आ। मैं ये कहांगा भी वो मौका अज भी साडे समाज विच वापर रहा है, वो घटनावां अज भी साडे विच वापर रहीआं ने। किवें सानू अज विपरवादी सोच वाले लुट रहे ने, ये तो किद्दे बचांगे असीं? ਉਹ जे मैं इत्थे हुण गल्लां साझीआं कर लग गया ना, माफ़ करना, गारंटी है भी 100 दे विचों इक्को ही हमैती होवेगा भी यार गल सही आ, 99 वो होणगे जिहड़े विरोधी होणगे, आखणगे गलत आ। देखो मेरी गल कोई नहीं होनी, होनी गुरु दी आ वो, पर तुसीं सारी इत्थे मन्नोगे भी यार बोलण वाला गलत आगा। नहीं नहीं, ये नहीं अज तक सुनिया असीं, ये वड्डा आ गया अज सानू समझाउण वाला। पर 10वें पातशाह ने दस दित्ता विपर तो बचना। जे विपर तो ना बचे तो तुहाडी जिंदगी बर्बाद है। अज साडी जिंदगी बर्बाद आ, विपरवादी सोच तो असीं बच नहीं सकेंगे। वो दिन कदों आवेगा जदों बचांगे। जिद्दे बच गए उदे सी गुरु नानक दे सिखां अपनी आरंभता हुई सी, फिर उदे सी मान ना कह सकदे आ। मैनूं सिख होण दे नां ते बहुत वड्डा मान आ, मैनूं फखर आ। अज है ही नहीं, साडे जुरत ही है नहीं ये गल बोलण दी, मैनूं सिख होण दे नां ते मान आ। असीं तां बिल्कुल शांत हो गए, चुप हो गए। चुप कर जाओ बस। हुण गुरु नानक साहब ने पहला निशाना किहनूं साधिया? एक गल इत्थे मैं विचरी होर नोट करदा, माफ़ करना, एक कमजोरी आ भी जदों आपां गल अगे तुरन नूं पैंदे आ ना, कोशिश हुंदी आ भी साडे वो गल ध्यान च आ जावे। किवें मर्जी ध्यान च आवे, इतिहास असीं बड़ा सुनिया, पर इतिहास विचों सिੱਖਿਆ लैनी आपां। मेन विशा यह आ, पहली उदाहरण आपां समझिए ना भी चोर ठग दी, दुश्मन बाहरों आ, एक अंदरों आ। अंदरले तो बचना जरूरी आ, ठग तो बचना जरूरी आ। ते तीजी एक गल इत्थे होर ऐड करियो, हर एक मजहब नस्ल फिरके दे विच जिन्हों आपां धर्म दे नां ते वरत लैने आ, हर एक मजहब नस्ल फिरका कोई भी हो सकदा गा, अपने लई उपदेश आ उत्थे, दूजिਆਂ ਲਈ नहीं है। मंदिर जाओ ना, वो कहंदे उपदेश साडिਆਂ ਲਈ आ, दूजिਆਂ ਲਈ नहीं है। ਅਸੀਂ अपने भाईचारे ਨੂੰ उपदेश देना। वाल्मीकियां कोले जाओ, कहंदे साडे आपदिਆਂ ਲਈ उपदेश आ, ਅਸੀਂ होर ਨੂੰ नहीं देना। तीजी धिर कोले जाओ, मुसलमान कहंदे साडी कुरान मजीद दा उपदेश साडिਆਂ ਲਈ आ। उन्होंने तो अपनियां औरतां नूं भी उपदेश नहीं दिता, सानूं तां देना ही की आ।
ਉਹਨਾਂ ਨੇ ਤਾਂ ਮਨਾਹੀ ਦਿੱਤੀ ਨਾ, ਪਰ ਹੱਥ ਜੋੜ ਕੇ ਕਹਿਣਾ ਪਊਗਾ ਗੁਰੂ ਨਾਨਕ ਸਾਹਿਬ ਤੂੰ ਇਹ ਉਪਦੇਸ਼ ਨਾ ਜਿਹੜਾ ਸਾਨੂੰ ਦੇਈ ਜਾਂਦਾ ਅੱਜ, ਵੈਸੇ ਅਸੀਂ ਇਹ ਉਪਦੇਸ਼ ਲੈਣਾ ਨਹੀਂ ਸੀ, ਅਸੀਂ ਤਾਂ ਇਹ ਉਪਦੇਸ਼ ਨਾ ਅੱਗੇ ਵੰਡਣਾ ਸੀ, ਸਾਡੇ ਕੋਲ ਤਾਂ ਇੰਨੀ ਪਾਵਰ ਹੋਣੀ ਚਾਹੀਦੀ ਸੀ। ਹੁਣ ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿਣਾ ਪਵੇਗਾ ਸੱਚੇ ਪਾਤਸ਼ਾਹ ਜਿਹੜਾ ਸੱਚ ਦਾ ਉਪਦੇਸ਼ ਨਾ ਦੁਨੀਆ ਦੇ ਧਰਮਾਂ ਮੁਤਾਬਕ, ਮਨੌਤਾਂ ਮੁਤਾਬਕ, ਆਪਣੇ ਫਿਰਕੇ, ਆਪਣੇ ਧਰਮ, ਆਪਣੇ ਲੋਕਾਂ ਨੂੰ ਦਿੱਤਾ ਜਾਂਦਾ ਨਾ, ਪਰ ਤੂੰ ਕਿੱਡਾ ਵੱਡਾ ਸਰਬ ਸਾਂਝਾ ਗੁਰੂ ਆ ਜਿਨੇ ਇਹ ਉਪਦੇਸ਼, ਇਹ ਗਿਆਨ ਨਾ ਹਰ ਇੱਕ ਥਾਂ ਤੇ ਜਾ ਕੇ ਵੰਡਣਾ ਸ਼ੁਰੂ ਕੀਤਾ। ਵੰਡਣਾ ਸ਼ੁਰੂ ਕੀਤਾ ਨਾ, ਬਾਬੇ ਨਾਨਕ ਨੇ ਗੁਰਬਾਣੀ ਦਾ ਉਪਦੇਸ਼ ਉੱਥੇ ਜਾ ਕੇ ਵੰਡਿਆ ਜਿੱਥੇ ਗੁਰਬਾਣੀ ਦੇ ਹੱਕ ਵਿੱਚ 100 ਦੇ 100% ਵਿਰੋਧ ਵਿੱਚ ਸੀ। ਤੇ ਅੱਜ ਜਿੱਥੇ ਬਾਬੇ ਨਾਨਕ ਦਾ ਅੱਡਾ ਬਣਿਆ ਨਾ, ਜਿੱਥੇ ਬਾਬੇ ਨਾਨਕ ਦਾ ਸਕੂਲ ਆ, ਉੱਥੇ ਵੀ ਬਾਬੇ ਨਾਨਕ ਦਾ ਉਪਦੇਸ਼ ਵੰਡਣ ਤੇ ਮਨਾਹੀ ਹੈ। ਹਾਂਜੀ, ਕਿਹਨੇ ਕਿਹਾਗਾ ਨਹੀਂ ਜੀ ਇੱਥੇ ਗੁਰਬਾਣੀ ਦੀ ਵਿਚਾਰ ਨਹੀਂ ਕਰਨੀ? ਕੌਣ ਕਹਿੰਦਾ ਜੀ? ਫਲਾਨਾ ਬੰਦਾ ਕਹਿੰਦਾ ਕਿ ਪਿੰਡ ਦਾ ਸਭ ਤੋਂ ਅਮੀਰ ਹੈ, ਉਹਨੇ ਕਿਹਾ ਜੀ ਨਹੀਂ ਛੱਡੋ ਖੜਾ, ਆਪਾਂ ਕੀ ਲੈਣਾ ਯਾਰ, ਬੰਦ ਕਰੋ। ਬਾਬਾ ਨਾਨਕ ਕਿੱਡਾ ਸਤਿਕਾਰਯੋਗ ਸੀ ਜਿਹੜਾ ਜਾ ਕੇ ਹਰਿਦੁਆਰ ਪੰਗੇ ਲੈਂਦਾ, ਵਾਹਿਗੁਰੂ ਭਲਾ ਕਰੇ। ਉੱਥੇ ਜਾ ਕੇ ਸਾਰੀ ਬਾਬੇ ਨਾਨਕ ਦੇ ਵਿਰੋਧੀ ਨੇ ਉਹਨਾਂ ਨੂੰ ਜਾ ਕੇ ਕਹਿੰਦਾ ਗੁਰਬਾਣੀ ਆਹ ਕਹਿੰਦੀ ਆ, ਤੇ ਸੱਚ ਜਾਣੋ ਝਾੜ ਉੱਥੇ ਵੀ ਚੰਗਾ ਨਿਕਲਿਆ ਆ, ਝਾੜ ਚੰਗਾ ਨਿਕਲਿਆ ਆ। ਤਾਈਓ ਆਪਾਂ ਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਦੁਨੀਆ ਦੇ ਕੋਨੇ ਵਿੱਚ ਗੁਰਬਾਣੀ ਦਾ ਗਿਆਨ ਸੁੱਟਿਆ। ਲੋਕਾਂ ਨੇ ਕੈਚ ਵੀ ਕੀਤਾ, ਬੁੱਚਿਆ ਵੀ ਹੈਗਾ, ਉਹ ਅਸੀਂ ਨਹੀਂ, ਸਾਡੀਆਂ ਦੂਜੀਆਂ ਤਰ੍ਹਾਂ ਬੁੱਚ ਕੇ ਲੈ ਗਈਆਂ। ਸੋ ਸਤਿਗੁਰੂ ਪਾਤਸ਼ਾਹ ਜੀ ਆਪਣੇ ਘਰ ਦੇ ਵਿੱਚੋਂ ਅੱਜ ਚਾਲੇ ਹਰਿਦੁਆਰ ਵੱਲ ਪਾਤੇ। ਹਰਿਦੁਆਰ ਦਾ ਅਰਥ ਕੀ ਆ? ਹਰੀ ਦਾ ਦੁਆਰ। ਬੇਸ਼ੱਕ ਉੱਥੇ ਮੰਦਰਾਂ ਦੀ ਬਹੁ ਗਿਣਤੀ ਆ, ਬੇਸ਼ੱਕ ਉੱਥੇ ਹਿੰਦੂ ਭਰਾਵਾਂ ਦੀ ਬਹੁ ਗਿਣਤੀ ਆ, ਬੇਸ਼ੱਕ ਉੱਥੇ ਗੰਗਾ ਦੇ ਪੁਜਾਰੀ ਨੇ, ਬੇਸ਼ੱਕ ਉੱਥੇ ਨਾ ਆਰਤੀਆਂ ਕਰਨ ਵਾਲੇ ਨੇ, ਆਰਤੀਆਂ ਕਰਨ ਵਾਲੇ ਨਾ, ਬੇਸ਼ੱਕ ਉੱਥੇ ਬਾਹਰੀ ਸੁਚਮਤਾ ਰੱਖਣ ਵਾਲੇ ਨੇ, ਸਾਰੇ ਕੰਮ ਹੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਉਲਟ ਕਰਨ ਵਾਲੇ ਨੇ, ਪਰ ਗੁਰੂ ਨਾਨਕ ਸਾਹਿਬ ਡਰਿਆ ਨਹੀਂ, ਝਿਫਿਆ ਨਹੀਂ, ਚਲਾ ਗਿਆ। ਹੁਣ ਇੱਥੇ ਫਿਰ ਆਪਾਂ ਨੂੰ ਆਪਣੇ ਅੰਦਰ ਹੀ ਕਹਿਣਾ ਪਵੇਗਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੂੰ ਕਿੱਡਾ ਦਲੇਰ ਸੀ, ਅੱਜ ਤੱਕ ਨਾ ਤੇਰੇ ਘਰ ਦੇ ਵਿੱਚੋਂ ਤੇਰੀਆਂ ਰੋਟੀਆਂ ਖਾਣ ਵਾਲਿਆਂ ਨੇ ਨਾ ਤੈਨੂੰ ਨਰਮ ਦਿਖਾਇਆ। ਕਹਿਣਾ ਪਵੇਗਾ ਨਾ, ਤੇਰੇ ਘਰ ਵਿੱਚੋਂ ਤੇਰੇ ਨਾਂ ਤੇ ਆਪਣੇ ਪਰਿਵਾਰ ਪਾਲਣ ਵਾਲਿਆਂ ਨੇ, ਵੱਡੇ ਚੋਲੇ ਵਾਲੇ ਬਾਬਿਆਂ ਨੇ, ਠੱਗਾਂ ਨੇ ਤੈਨੂੰ ਕੀ ਦਿਖਾਇਆ? ਕਹਿੰਦੇ ਬਾਬਾ ਨਾਨਕ ਤਾਂ ਬਾਲਾ ਨਰਮ ਸੀ। ਨਹੀਂ ਭਾਈ, ਸੱਚ ਦੀ ਗੱਲ ਨਾ ਵਿਰੋਧੀ ਧਿਰ ਦੇ ਵਿੱਚ ਜਾ ਕੇ ਕਰਨੀ ਇਹ ਨਰਮ ਬੰਦੇ ਦਾ ਕੰਮ ਨਹੀਂ, ਇਹ ਕਿਹਦਾ ਕੰਮ ਆ? ਇਦੂ ਗਾਂ ਖਾਲੀ ਥਾਂ ਆਪਾਂ ਭਰ ਸਕਦੇ ਆ, ਜੁਰਤ ਵਾਲੇ ਬੰਦੇ ਦਾ ਕੰਮ ਹੈਗਾ। ਹੁਣ ਬਾਬੇ ਨਾਨਕ ਜੁਰਤ ਕਿੰਨੀ ਵੱਡੀ ਆ, ਬਾਬਾ ਨਾਨਕ ਕਿੰਨਾ ਅੰਦਰੋਂ ਦਲੇਰ ਆ, ਕਿੰਨਾ ਨਿਡਰ ਆ, ਡਰਿਆ ਨਹੀਂ, ਝਿਫਿਆ ਨਹੀਂ, ਬੇਝਿਜਕ ਹੋ ਕੇ ਨਾ ਹਰਿਦੁਆਰ ਵਗ ਗਿਆ ਬਾਬਾ ਨਾਨਕ। ਉੱਥੇ ਕੀ ਕੀਤਾ ਜਾਂਦਾਗਾ ਆਪਾਂ ਨੂੰ ਪਤਾ ਨਾ, ਕੁਝ ਮਨੌਤਾਂ ਦੇ ਮੁਤਾਬਕ ਉੱਥੇ ਪੁਜਾਰੀ ਦੇ ਕਹਿਣ ਤੇ, ਵੈਸੇ ਤਾਂ ਉਹ ਇੱਕ ਅੱਖਾਂ ਦੀ ਪ੍ਰੈਕਟਿਸ ਕਰਨ ਵਾਸਤੇ ਜਿਹੜੇ ਅਜੁਰਵੈਦਿਕ ਡਾਕਟਰ ਆ ਨਾ, ਉਹਨਾਂ ਦਾ ਤਰੀਕਾ ਹੈਗਾ ਜਿਹੜਾ ਉਹ ਪਖੰਡ ਕਰ ਰਹੇ ਨੇਗੇ। ਹੁਣ ਪਖੰਡ ਕੀ ਹੈਗਾ? ਹੁਣ ਗੰਗਾ ਤੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਵੇਖਿਆ ਲੋਕ ਚੜ੍ਹਦੇ ਸੂਰਜ ਨੂੰ ਨਾ ਪਾਣੀ ਦੇ ਰਹੇ ਨੇਗੇ, ਚੜ੍ਹਦੇ ਸੂਰਜ ਨੂੰ ਪਾਣੀ ਦੇ ਰਹੇ ਨੇ। ਅਸਲ ਦੇ ਵਿੱਚ ਉਹ ਗੱਲ ਕੀ ਆ ਨਾ, ਜਿਹੜਾ ਡਾਕਟਰੀ ਤਰੀਕੇ ਮੁਤਾਬਕ ਅੱਖਾਂ ਦੀ ਪ੍ਰੈਕਟਿਸ ਆ, ਜਦੋਂ ਸੂਰਜ ਨਾ ਸੁਬਹ ਪ੍ਰਕਾਸ਼ ਹੁੰਦਾ, ਉਦੈ ਹੁੰਦਾ ਹੈਗਾ, ਸੂਰਜ ਵੱਲ ਪਾਣੀ ਕੋਈ ਭਾਂਡਾ ਭਰ ਕੇ ਡੋਲਣਾ, ਉਹ ਪਾਣੀ ਦੇ ਰਾਹੀਂ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹਨਾਂ ਵੱਲ ਆਪਣੀ ਟਿਕੀ ਲਾ ਕੇ ਵੇਖਣਾ, ਪੂਰਾ ਧਿਆਨ ਲਾ ਕੇ, ਨਿਗਾਹ ਲਾ ਕੇ ਵੇਖਣਾ, ਤੇ ਉਹਦੇ ਨਾਲ ਅੱਖਾਂ ਦੀ ਰੌਸ਼ਨੀ 'ਚ ਡਾਕਟਰਾਂ ਦੇ ਕਹਿਣ ਮੁਤਾਬਕ ਵਾਧਾ ਹੁੰਦਾ ਹੈਗਾ। ਹੈ ਤਾਂ ਡਾਕਟਰੀ ਇਲਾਜ ਆ ਨਾ, ਤੇ ਪਰ ਕੀਤਾ ਕੀ ਆ? ਉਹ ਪਖੰਡ ਬਣ ਗਿਆ। ਤਾਈਓ ਬਾਬੇ ਨਾਨਕ ਨੇ ਕਿਹਾ ਵਿਪਰ ਤੋਂ ਬਚੋ, ਜਿਹੜਾ ਡਾਕਟਰੀ ਇਲਾਜ ਨੂੰ ਪਖੰਡ ਮੰਨੀ ਬੈਠਾ ਹੈਗਾ। ਤੇ ਉਹਨਾਂ ਨੇ ਕੀ ਕੀਤਾ? ਕਹਿੰਦੇ ਸੂਰਜ ਨੂੰ ਪਾਣੀ ਦੇਣ ਨਾਲ ਸਾਡੇ ਪਰਿਵਾਰਾਂ 'ਚ ਵਾਧਾ ਹੁੰਦਾ,
ਹੁੰਦਾ ਕਾਹਦੇ ਚ वाधा गा? निगाह च वाधा हुंदा। दूजी गल है निगाह च वाधा, परिवार च वाधा। निगाह वध गई, परिवार च वाधा हो गया। कोई बंदे दी निगाह सुचेत आ, बंदा जागदा गा ते दरूनी तल ते आपां नूं पता बंदा तकड़ा होवेगा। हुण गल की आ ते बन की गई। हुण आपां नूं पता ना कच्ची लस्सी अज भी बड़ियां माईयां जां वीर पिपलां दीयां जड़ां च पाउंदे आ ना, ते हुण दा कारण की सी? हुण पिपल दी जड़ विच कच्ची लस्सी पाउण दा कारण जिहड़ा ओह इह आ भी उन्हां टाइमां दे विच जां अज भी ला लो, मतलब कि ना जदों वारस पैंदी आ, मींह पैंदा गा, उदों मिट्टी चों एक खुशबू आउंदी हुंदी आ, जिहनूं आपां कहने मिट्टी दी वासना। मिट्टी चों खुशबू आउंदी है ना, इवें जिवें जिहड़ा पिपल आ ना, उहनूं डॉक्टरां दे मुताबक मन्निया जांदा भी ओह ऑक्सीजन सारे दरख्तां नालों वध छड्डदा गा, 24 घंटे ऑक्सीजन दिंदा गा। नहीं दरख्त ना कुछ टाइम ऑक्सीजन उन्हां दी दसी जांदी आ घंटिਆਂ ਵੱਧੀ हुंदी आ ते उस तो बाद ਉਹ बंद कर दिंदे नेगे। ते ਜਿਹੜਾ पिपल आ ਇਹ 24 घंटे ऑक्सीजन दिंदा गा, चंगी हवा कह लो ਆਪਾਂ ਨੂੰ दिंदा गा। हुण पिपल दी जड़ च पानी पाउणा, लस्सी पाउणी, कच्ची लस्सी पाउणी, भाव वो मिट्टी ते जदों कच्ची लस्सी जाके डुलदी है ना, जां छिड़किया कीता जांदा गा, तां उस टाइम ते वो मिट्टी दी खुशबू पिपल दी छड्डी हुई ऑक्सीजन नाल रल के जिन्हां लोकां नूं दमे दी, छाती दी प्रॉब्लम आ ना, उन्हां लई लाभदायक आ, उन्हां नूं साह सौखा होण लग जांदा गा। सी तां इह मन लो भी कुछ क सरीरक तल ते शरीर नूं आराम देण वाले नुकते, पर यह विपरवादी सोच वाला ने पखंड बना लिया। चलो हुण जिस गल ते आपां पहुंचना सी उत्थे चल गए भी गुरु नानक साहब हरिद्वार गए, पर गुरु नानक साहब ने किसे नूं भी कुछ नहीं कहा, कुछ भी नहीं कहागा। वो लोग सैकड़िਆਂ ਦੀ गिणती विच सूरज नूं पानी दे रहे ने। वो आपां गल समझ गए, सूरज नूं पानी देना पुण्य नहीं, कोई वाधा नहीं, कोई कुछ नहीं गा। वो एक अखां दी प्रैक्टिस वास्ते किरिया कीती जांदी सी। वो लोग मनमत दे विच फस के सूरज नूं पानी दे रहे ने। गुरु नानक साहब ने उसे गंगा दे विच खड़ के करतारपुर वल हथ करके, तलवंडी वल हथ करके पानी देना शुरू कर दिता। बहुते जिन्हां दी निगाह पै गया ना बाबा नानक भज के आए, बड़ी तेजी नाल आए। कहंदे बाबा तैनूं अकल है? चढ़दे सूरज नूं तां पानी देण दी इह रीत आ, मनाओत आ, साडा रिवाज आ, ये सुबह सुबह असीं रोजाना ही काम करदे आ, ते पर तेरी थां टकाणे है अकल के नहीं है? बाबा नानक बोलिया नहीं। फिर उन्होंने उसे लहजे विच गल कीती, फिर भी ना बोलिया। गुरु नानक साहब नूं फिर कहा बाबा असीं हथ बन के कहने आ चढ़दे सूरज नूं पानी दिता जांदा, तुसीं सिपदे वल पानी क्यों दे रहे होंगे? गुरु नानक साहब बोल पिया, कहंदा ना इथों कुछ दूरी ते मेरा पिंड आ ते उत्थे मेरी फसल बीजी हुई आ, ते जिहड़ी मेरी फसल बीजी है ना वो सुक रही है, पानी का कोई खास प्रबंध नहीं है। इस करके मैं इथों सोचा भी तुसी पानी दे रहे हो इधर किसी फसल नूं ते मैं पानी देना शुरू कर दिता। ते वो खिड़खड़ा के हसे, सारी हसे, कट्ठ होर हो गया। बाबे नानक ने सब नूं खिच लिया अपने बन्नी, कट्ठ होर हो गया, सारे खिड़खड़ा के हसे। कहंदे बाबा सानू इउं जापदा भी तैनू इस गल बारे पता नहीं है, इस गल बारे तैनू पता नहीं कि एडी दूर इथों 300-250 मील दूरी ते किवें तू बुक्का ना पानी भेज सकदागा? ये हो नहीं सकदा, तैनू इस गल दा पता नहीं। पानी उथों तक कदे भी तेरे बुक्का नाल सुट्टण दे करके नहीं जावेगा। ते गुरु नानक साहब ने की कहा, तुसी जवाब बहुत सोहना दिता, मैं तुहाडी गल नाल ना 100% नहीं 101% सहमत हांगा। करतारपुर साहब तक ना पानी बुक्का नाल सुट्टिया नहीं भेजा जा सकदा, पर भरावो मैनू एक गल दस दो,
ਹੁਣ ਗੁਰੂ ਨਾਨਕ ਸਾਹਿਬ ਨੇ ਜਿਹੜੀ ਜਾ ਕੇ ਉੱਥੇ ਗਿਆਨ ਦੀ ਗੱਲ ਕਰਨੀ ਹੈ ਨਾ, ਹੁਣ ਉਹ ਸ਼ੁਰੂ ਕਰ ਦਿੱਤੀ। ਮੈਨੂੰ ਇੱਕ ਗੱਲ ਦੱਸ ਦੇਵੋ ਕਿ ਤੁਸੀਂ ਜਿਹੜਾ ਪਾਣੀ ਹੈ ਕਿੱਧਰ ਸੁੱਟ ਰਹੇ ਹੋ, ਕਿਹਨੂੰ ਦੇ ਰਹੇ ਹੋ? ਸਾਰੇ ਕਹਿੰਦੇ ਅਸੀਂ ਸੁੱਟਦੇ ਨਹੀਂ, ਅਸੀਂ ਕਿਸੇ ਫਸਲ ਨੂੰ ਨਹੀਂ ਦਿੰਦੇ, ਅਸੀਂ ਪਾਣੀ ਸੂਰਜ ਨੂੰ ਦੇ ਰਹੇ ਹਾਂ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡਾ ਦਿੱਤਾ ਪਾਣੀ ਕਰੋੜਾਂ ਮੀਲ ਸੂਰਜ ਦੀ ਦੂਰੀ ਆ, ਅਣਗਿਣਤ ਮੀਲ, ਗਿਣਤੀ ਕੋਈ ਨਹੀਂ, ਸੂਰਜ ਦੀ ਦੂਰੀ ਆ, ਤੁਹਾਡਾ ਦਿੱਤਾ ਹੋਇਆ ਪਾਣੀ ਉਥੋਂ ਤੱਕ ਜਾ ਸਕਦਾ? ਸਾਰੇ ਇੱਕ ਦੂਜੇ ਦੇ ਮੂੰਹ ਕਨੀ ਤੱਕਣਾ ਵੀ ਜੋ ਇਹ ਬਾਬੇ ਨੇ ਗੱਲ ਕਹੀ ਹੈ ਨਾ, ਬਿਲਕੁਲ ਸਹੀ ਗੱਲ ਕਹੀ ਆ। ਕਹਿੰਦਾ ਮੇਰੀ ਜ਼ਮੀਨ ਦੀ ਦੂਰੀ ਦਾ ਤਾਂ ਤੁਸੀਂ ਪਤਾ ਕਰ ਲਿਆ ਨਾ ਵੀ 300 ਮੀਲ 250 ਮੀਲ ਹੈ, ਉਥੋਂ ਤੱਕ ਨਹੀਂ ਜਾ ਸਕਦਾ, ਸੈਂਕੜੇ ਮੀਲ ਦੂਰੀ ਆ। ਪਰ ਤੁਹਾਡਾ ਸੂਰਜ ਹਜ਼ਾਰਾਂ ਲੱਖਾਂ ਮੀਲ ਦੂਰ ਹੋਣ ਦੇ ਨਾਲ ਕਿਵੇਂ ਪਾਣੀ ਖਿੱਚ ਸਕਦਾ ਆਪਣੇ ਵੱਲ, ਕਿਵੇਂ ਉੱਥੋਂ ਤੱਕ ਤੁਸੀਂ ਪਾਣੀ ਭੇਜ ਸਕਦੇ ਹੋ? ਇੰਨੀ ਗੱਲ ਕਹਿਣ ਦੀ ਦੇਰ ਸੀ। ਜਿਨ੍ਹਾਂ ਨੂੰ ਪਤਾ ਲੱਗ ਗਿਆ ਇਹ ਬਾਬਾ ਕੀ ਕਹਿਣਾ ਚਾਹੁੰਦਾ ਗਾ, ਉਹਨਾਂ ਨੇ ਆਪਣਾ ਸਿਰ ਬਾਬੇ ਦੇ ਚਰਨਾਂ ਵਿੱਚ ਧਰ ਦਿੱਤਾ। ਬਹੁ ਗਿਣਤੀ ਉਹਨਾਂ ਲੋਕ ਜਿਹੜੇ ਮੈਂ ਨਾ ਮੰਨੂ, ਛੱਡੋ ਉਹਨਾਂ ਨੂੰ, ਆਪਾਂ ਜਿਹੜੇ ਕਹਿੰਦੇ ਮੈਂ ਨਾ ਮੰਨੂ, ਚਲੋ ਉੱਥੇ ਤਾਂ ਮਨਾਉਣੀ ਬਾਹਲੀ ਵੱਡੀ ਗੱਲ ਆ, ਆਪਣੇ ਇੱਥੇ ਦਰਬਾਰ ਵਿੱਚ ਬਹਿ ਕੇ ਨਹੀਂ ਮੰਨਦੇ ਵੀ ਮੈਂ ਨਾ ਮੰਨੂ, ਨਾ 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 ਮੈਂ ਨਹੀਂ ਬਾਬੇ ਦੀ ਗੱਲ ਮੰਨਦਾ, ਉੱਥੇ ਤਾਂ ਬਾਹਲੀ ਵੱਡੀ ਗੱਲ ਆ। ਉੱਥੇ ਵੀ ਉਹਨਾਂ ਦੀ ਬਹੁਤ ਗਿਣਤੀ ਆ ਜਿਨ੍ਹਾਂ ਨੇ ਹਰਿਦੁਆਰ ਬਾਬੇ ਨਾਨਕ ਦੇ ਚਰਨਾਂ ਵਿੱਚ ਪੈਰ ਧਰ ਦਿੱਤਾ, ਆਪਣਾ ਵਾਹਿਗੁਰੂ ਸਿਰ ਧਰ ਦਿੱਤਾ। ਸੱਚੇ ਪਾਤਸ਼ਾਹ ਸਾਨੂੰ ਪਤਾ ਹੀ ਅੱਜ ਲੱਗਿਆ, ਅਸੀਂ ਤਾਂ ਕਿੱਦਾਂ ਦੇ ਇਸ ਭੁਲੇਖੇ ਵਿੱਚ ਸੀ। ਜਿਵੇਂ ਕੱਲ ਦੁਨੀ ਚੰਦ ਨੇ ਕਿਹਾ ਸੀ ਨਾ, ਕਹਿੰਦਾ ਮੈਨੂੰ ਤਾਂ ਪਤਾ ਹੀ ਹੋਣ ਲੱਗਾ ਮੈਂ 7 ਝੰਡੇ ਦਾ ਉਹੀ ਗੱਡੀ ਬੈਠਾ, ਕਹਿੰਦਾ ਵੀ ਨਾਲ ਤਾਂ ਕੱਖ ਹੀ ਨਹੀਂ ਜਾਣਾ। ਬਾਅਦ ਚ ਹੱਥ ਬੰਨੇ ਆ ਨਾ, ਨਾਲ ਤਾਂ ਸੂਈ ਵੀ ਨਹੀਂ ਜਾਣੀ, ਕਿ ਮੈਨੂੰ ਪਤਾ ਹੀ ਅੱਜ ਲੱਗਿਆ। ਹੁਣ ਇਹ ਲੋਕ ਵੀ ਕੀ ਕਹਿੰਦੇ ਨੇ, ਸਾਨੂੰ ਪਤਾ ਹੀ ਅੱਜ ਲੱਗਿਆ, ਨਾਲ ਕੁਛ ਵੀ ਨਹੀਂ ਜਾ। ਵਾਹਿਗੁਰੂ ਸੂਰਜ ਨੂੰ ਪਾਣੀ ਨਹੀਂ ਦੇ ਸਕਦੇ, ਸਾਨੂੰ ਅੱਜ ਪਤਾ ਲੱਗਿਆਗਾ। ਫਿਰ ਗੁਰੂ ਨਾਨਕ ਸਾਹਿਬ ਨੇ ਇੱਥੇ ਸੱਚ ਦਾ ਹੋਰ ਵੀ ਹੋਕਾ ਦਿੱਤਾ, ਹਰੀ ਦੇ ਦੁਆਰ ਦੀ ਮਹੱਤਤਾ ਦੱਸੀ। ਜੇ ਅੱਜ ਮਹੱਤਤਾ ਪੁੱਛਣੀ ਹੋਵੇ, ਜਿਹੜੀ ਕਿਤਾਬਾਂ 'ਚ ਲਿਖੀ ਮਿਲਦੀ ਆ, ਉੱਥੇ ਜਾਓਗੇ, ਉੱਥੇ ਫੁੱਲ ਚੜਾਓਗੇ, ਫੁੱਲ ਪਾ ਕੇ ਆਓਗੇ ਮਰਿਆਂ ਦੇ, ਜਾ ਕੇ ਨਹਾ ਕੇ ਆਓਗੇ, ਉੱਥੇ ਤੁਹਾਡੇ ਮੱਥਿਆਂ ਦੀਆਂ ਲਿਖੀਆਂ ਹੋਈਆਂ ਰੇਖਾਵਾਂ ਨੂੰ ਉਠਾਇਆ ਜਾਂਦਾ, ਪੜ੍ਹਿਆ ਜਾਂਦਾਗਾ। ਉੱਥੇ ਜਾਓਗੇ ਨਾ ਤੇ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਦਾਤਾਂ ਮਿਲਣੀਆਂ ਨੇ। ਅੱਜ ਇਸ ਗੱਲ ਦਾ ਪ੍ਰਚਾਰ ਆ, ਬਾਬੇ ਨਾਨਕ ਨੇ ਇਹਦੇ ਨਾਲੋਂ ਉਲਟ ਪ੍ਰਚਾਰ ਸੱਚ ਦਾ ਕੀਤਾ। ਪਰ ਅੱਜ ਜਿੰਨੇ ਵੀ ਜਾਂਦੇ ਨੇ, ਚਾਹੋ ਆਪਾਂ ਮਰਿਆਂ ਦੇ ਫੁੱਲ ਪਾਉਣ ਹੀ ਜਾਂਦੇ ਹਾਂ, ਉਹ ਨਹੀਂ ਜਾਂਦੇ ਉੱਥੇ ਆਪਾਂ, ਪਰ ਚੇਤਾ ਰੱਖਿਓ ਕੋਈ ਸਿੱਖਿਆ ਲੈ ਕੇ ਆਇਆ ਜਾਂ ਨਹੀਂ ਲੈ ਕੇ ਆਇਆ। ਮੇਰੇ ਬਾਬੇ ਨੇ ਇੱਥੇ ਮਨਮਤ ਦੂਰ ਕੀਤੀ ਸੀ, ਅਸੀਂ ਉਸ ਮਨਮਤ ਵਿੱਚ ਫਸ ਚੁੱਕੇ ਹਾਂ। ਅੱਜ ਉੱਥੇ ਵਿਪਰਵਾਦੀ ਸੋਚ ਦਾ ਆਪਾਂ ਨੂੰ ਪਤਾ ਪ੍ਰਭਾਵ ਆ, ਉਹ ਬਹੁਤ ਜ਼ਿਆਦਾ ਹੈ, ਪਰ ਉਹਨਾਂ ਦੇ ਵਿੱਚੋਂ ਬਚਣਾ ਸਾਡੇ ਲਈ ਜ਼ਰੂਰੀ ਆ। ਇੱਕ ਗੱਲ ਮੈਂ ਇੱਥੇ ਹੋਰ ਕਹਾਂ, ਕਈ ਵਾਰ ਨਾ ਗੱਲ ਕਹੀ ਜਾਂਦੀ ਆ ਜੀ ਕੀ ਕਰੀਏ, ਸਮਾਂ ਹੀ ਅਜਿਹਾ ਆ ਗਿਆ, ਅਜਿਹੇ ਮਾਹੌਲ ਦੇ ਵਿੱਚੋਂ ਬਚਣਾ ਬਹੁਤ ਔਖਾ। ਉਹ ਸਿਆਣਿਆਂ ਦੇ ਨਾ ਇੱਕ ਬੋਲ ਆ, ਉਹ ਕਹਿੰਦੇ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਉੱਥੇ ਆਉਂਦਾ ਜਿੱਥੇ ਤੁਹਾਡੀ ਵਿਰੋਧਤਾ ਕੀਤੀ ਜਾਵੇ। ਜਿੱਥੇ ਤੁਹਾਡਾ ਵਿਰੋਧੀ ਕੋਈ ਨਹੀਂ ਹੈ, ਉੱਥੇ ਜ਼ਿੰਦਗੀ ਜਿਉਣ ਦੀ ਲੱਜਤ ਨਹੀਂ ਆਉਂਦੀਗੀ। ਜ਼ਿੰਦਗੀ ਜਿਉਣ ਦਾ ਸਵਾਦ ਵਿਰੋਧੀਆਂ ਚ ਆਉਂਦਾਗਾ। ਤੇ ਬਾਬਾ ਨਾਨਕ ਇਹ ਗੱਲ ਕਿੱਦਾਂ ਦਾ ਕਹੀ ਜਾਂਦਾਗਾ, ਤੁਸੀਂ ਕਾਲਖ ਤੋਂ ਡਰ ਕੇ, ਮਤਲਬ ਮੈਲ ਤੋਂ ਡਰ ਕੇ, ਕਾਲਖ ਤੋਂ ਡਰ ਕੇ ਭੱਜਣਾ ਨਹੀਂ, ਕਾਲਖ ਦੇ ਵਿੱਚ ਰਹਿ ਕੇ ਕਾਲਖ ਤੋਂ ਬਚਣਾ, ਹੀਰੇ ਵਾਂਗੂ ਚਮਕਣਾਗਾ। ਹੁਣ ਜਿਹੜਾ ਹੀਰਾ ਨਾ ਉਹ ਕਿੱਥੋਂ ਨਿਕਲਦਾਗਾ? ਕੋਇਲੇ ਦੀ ਖਾਣ ਚੋਂ। ਜਿੱਥੇ ਕੋਇਲੇ ਦੇ ਖੱਡੇ ਲੱਗੇ ਨਾ, ਟ੍ਰੇਨਾਂ ਦੀਆਂ ਟ੍ਰੇਨਾਂ ਭਰ ਭਰ ਨਿਕਲਦੀਆਂ ਨੇ, ਉਹ ਕੋਲੇ ਦੇ ਵਿੱਚੋਂ ਹੀਰਾ ਨਿਕਲਦਾ। ਤੇ ਸਾਰੇ ਕੋਲੇ ਦੇ ਵਿੱਚੋਂ ਹੀਰੇ ਦੀ ਜਿਹੜੀ ਪਹਿਚਾਣ ਆ ਉਹ ਵੱਖਰੀ ਆ। ਦੇਖੋ ਕੋਲਾ ਮਾੜਾ ਮੋਟਾ ਨਹੀਂ ਹੈ, ਕਾਲਖ ਮਾੜੀ ਮੋਟੀ ਨਹੀਂ। 100 ਦੀ 100% ਕਾਲਖ ਆ ਉੱਥੇ, ਪਰ ਉਹ 100 ਦੀ 100% ਕਾਲਖ ਦੇ ਵਿੱਚੋਂ ਹੀਰਾ ਆਪਣੀ ਕੁਆਲਿਟੀ ਅਲੱਗ ਰੱਖਦਾਗਾ। ਤੇ ਬਾਬਾ ਨਾਨਕ ਕੀ ਕਹਿੰਦਾ, ਜਿੰਨੀ ਦੁਨੀਆ ਦੀ ਕਾਲਖ ਆ ਨਾ, ਮੈਲ ਆ, ਇਹਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਣੀ, ਇਹ ਤੇਰੇ ਲਈ ਭਲੇ ਦੀ ਗੱਲ ਆ। ਇਹ ਨਾ ਕਹਿ ਵੀ ਸਾਰੀ ਇਹੋ ਜਿਹੇ ਲੋਕ ਨੇ ਤੇ ਆਪਾਂ ਕਿਵੇਂ ਬਚ ਸਕਦੇ ਆ, ਜਿਵੇਂ ਲੋਕ ਚੱਲਦੇ ਆ ਆਪਾਂ ਉਵੇਂ ਚੱਲ ਗਏ। ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਕਹਿੰਦਾ ਲੋਕਾਂ ਤੋਂ ਉਲਟ ਚੱਲਣ ਤੇ ਸਵਾਦ ਜ਼ਿਆਦਾ ਹੁੰਦਾਗਾ। ਫਿਰ ਗੱਲ ਹੋਰ ਨੋਟ ਕਰਿਓ, ਬਨਾਰਸ ਦੀ ਧਰਤੀ ਤੇ 2 ਯੋਧੇ ਪੈਦਾ ਹੋਏ ਨੇ, ਤੁਸੀਂ ਬੜੇ ਵਾਰੀ ਅੱਗੇ ਵੀ ਸੁਣਿਆ ਪੜਿਆ ਹੋਵੇਗਾ।
जिन्हां ने ना अपनी झोंपड़ी अपने घर दे विच, बनारस की धरती वो आ जिथे 100% मनमत आ, वो धरती है ना, अपने घर विच मनमत नहीं आउण दित्ती, पर अज बनारस तो मनमत चल के साडे घरां च आ गई। सोच के देखो, बनारस तो चल के मनमत साडे घरां च आ वड़ी, पर जेड़े बनारस दे विच बैठे ने भगत कबीर ते भगत रविदास हन भी एक दिहाड़ीदार परिवार दे व्यक्ति, उन्हां दे घर च मनमत नहीं गई। उन्होंने बन ही एडा वड्डा लाता, परमेश्वर दिता बन्ना, उन्होंने बन ही एडा वड्डा ला दिता, अपने घर दे अंदर मनमत वड़न नहीं दित्ती कि ना खबरदार साडे घर वाल नहीं तुसीं आउणागा। ते किसी दी हिम्मत नहीं पई भी भगत कबीर ते भगत रविदास दे घर विच मनमत वाड़ सकण। हुण इत्थों सानूं सिੱਖਿਆ ਲੈ ਲੈਣੀ ਚਾਹੀਦੀ ਆ। ਅਸੀਂ नहीं ये कहना गा भी ਅਸੀਂ ਐਡੇ गंदे माहौल दे विच किवें बच सकदे आ, बच सकदे हां, पर जे साडे पल्ले गुरु दा ज्ञान होवे फिर बच सकदे आ। फिर गुरु पातशाह जी ने इत्थे सानूं भाई बचन दा तरीका दस्सिया भी तुसीं मन मत विच फसना नहीं, मन मत विचों बचना है। गण गण जोतक कांडी कीनी, पढ़ै सुनावै तत ना चीनी। इन्हां लोकां नूं अकल ही नहीं है। पढ़ै सुनावै तत ना चीनी, ਜਿਹੜੇ ਸਾਡੇ ਮੱਥੇ ਦੀਆਂ ਹੱਡੀਆਂ ਨੂੰ ਟੇਡੀਆਂ ਵੀਆਂ ਕਰ ਕਰ ਵੇਖਦੇ ਆ ना ਉੱਥੇ, ਪੜ੍ਹੈ ਸੁਣਾਵੈ ਤਤ ਨਾ ਚੀਨੀ। ਗੁਰੂ ਨਾਨਕ ਸਾਹਿਬ ਕਹਿੰਦਾ ਡੱਕਾ ਨਹੀਂ ਆਉਂਦਾ, ਕਹਿੰਦਾ ਉਹਨਾਂ ਨੂੰ ਪੜ੍ਹੈ ਸੁਣਾਵੈ ਤਤ, ਤਤ ਤੋਂ ਭਾਵ ਅਸਲੀਅਤ, ਅਸਲੀਅਤ ਤੱਕ ਨਹੀਂ ਪਹੁੰਚ ਸਕਦੇ ਉਹ। ਤਤ ਨਾ ਚੀਨੀ, ਗਣ ਗਣ ਜੋਤਕ ਕਾਂਢੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਚੀਨੀ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਤੇ ਗੁਰੂ ਨਾਨਕ ਸਾਹਿਬ ਤਾਂ ਉਂਗਲ करके स्पैशल हुक्का मारिया, झूठ ना बोल, खबरदार जे झूठ बोलेगा, सच बोल, झूठ ना बोल पांडे सच कही है। ते अज साडा सुभाव वो आपां खुद तोड़ सकते हैं। इसे ही धरती ते एक घटना होर इस प्रचारक दौरे दे अनुसार, जो कि आपां नूं पता थोड़ी जी दूरी ते नाल कोली एक वैष्णु साध रहिंदा हैगा, वैष्णु साध रहिंदा हैगा। हुण गुरु नानक साहब ने यह भी भरम कढ़ना, लोकां चों भी कढ़ना। हुण गुरु नानक साहब दा काफला काफ़ी वड्डा हो गया, इउं कह लो गुरु नानक साहब दीआं वोटां हरिद्वार च वध गईयां। साडी वोट तां उन्हां दे हक च भुगत जांदी आ जिहड़े उत्थे मनमत करदे ने, पर गुरु नानक दे हक च सच वाले पासे काफ़ी वोटां दी गिणती हो गई। हुण काफला काफ़ी वड्डा ना, ते गुरु नानक साहब कहंदे चलो जांदे जांदे एक काम होर कर जगे। अज थोड़ी जी दूर ते ना कोली हरिद्वार दे वैष्णु साध दा डेरा कह लो, कुटिया, ओदा कोई थां बनाया होया गा। जिहड़ा थां बनाया होया ना ओदा, वो थां नूं बड़ा लिप पोच रहा गा। कारी कड्डी क्या थी चारे बैठियां नाल, वो कारां कढ़दा जिन्हों आपां कहने बामण पोचा मारदा गा। बड़े तरह तरह दे मंत्र पढ़दा गा, तरह तरह दे भेख कर रहा गा। कहाउंदा की आ वैष्णु, आपां नूं पता प्रचलित गल ही ना, वैष्णु देवी, वैष्णु बाबा, वैष्णु फलाना, वैष्णु नाल हर एक चीज़ दे मूहरे जुड़ जांदा। ते आपां नूं पता जिहड़ी वैष्णु दी परिभाषा उहनूं समझ कोई नहीं सकिया। बाबा नानक वैष्णु आ ना, असली वैष्णु तो बाबा नानक आ ना। अज असीं भी कहने आ जी साडा परिवार तां ना सारे ही वैष्णु आ, असी नहीं ना शराब ना मीट ना आंडा ना कुछ होर, ना 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 असी नहीं, असी तां किसी दे लिबड़े जूठे भांडे नूं हत्थ नहीं लाउंदे गे। वैष्णु परिवार साडा, असीं कहने आ ना बाबा नानक कहंदा निगाह मार के वेख ली, बाहरी तौर तो वैष्णु बहुत वड्डा गा, किते अंदरों रिश्वत तां नहीं खांदा गा, ठगियां तां नहीं मारदा, किते दाज दहेज दे विच धोखा तां नहीं कर रहा गा, कदे किसी गरीब दा लोड़वंद दा खून तां नहीं चूस रहा, कदे किसी दी तनख्वाह विचों अद्धी तनख्वाह तूं तां नहीं खा रहा, किसी दिहाड़ी दे विचों 10 रुपये घट करके तां नहीं दे रहा गा, वाधू चलदा गा, वाधू चलदा ना। हुण गुरु नानक साहब ने असली हक खाना ये खून पीना गा, परिभाषा नूं समझ। वैष्णु कौन है ना, वो वैष्णु आ जिहड़ा गुरु नानक साहब दे मत अनुसार जीवन जिउवे। हुण वो वैष्णु साध आ जिहड़ा उहने बड़े तरह तरह दे मंत्र पढ़दा गा, तरह तरह दे भेख करदा गा। कोली बाबे नानक ने डेरा ला लिया, अपना पड़ा कर लिया। हुण गुरु नानक साहब ने मरदाने नूं कहा, कहना मरदानिया चल फिर इहदा भी आपां इलाज कर दईए, इहदा इलाज कर दईए आपां जांदे जांदे। हुण मरदाना कहंदा सतगुरु पातशाह फिर दसो सेवा, सेवा दसो फिर। बाबा नानक कहंदा फिर इउं कर, बहाने जे नाल जा उहदे कोले,
ਬਹਾਨੇ ਜਿਹੇ ਨਾਲ ਉਹਦੇ ਕੋਲੇ ਜਾ। ਹੁਣ ਬਹਾਨਾ ਕੀ ਆ? ਹੁਣ ਉਹਨੂੰ ਉਹਦਾ ਇਲਾਜ ਕਰਨਾ, ਉਹਦੀ ਬਿਮਾਰੀ ਦੂਰ ਕਰਨੀ ਆ, ਸੁਚਮਤਾ ਵਾਲੀ, ਪਵਿੱਤਰਤਾ ਵਾਲੀ ਉਹ ਬਿਮਾਰੀ ਦੂਰ ਕਰਨੀ ਹੈ ਨਾ। ਹੁਣ ਬਹਾਨਾ ਕੀ ਆ? ਮਰਦਾਨਾ ਅੱਗ ਲੈਣ ਚਲਾ ਗਿਆ, ਦਿਨ ਢਲ ਚੁੱਕਿਆਗਾ, ਅੱਗ ਲੈਣ ਚਲਾ ਗਿਆ ਮਰਦਾਨਾ। ਹੁਣ ਜਿਹੜੇ ਪਾਸੇ ਉਹ ਵੈਸ਼ਨੂ ਸਾਧ ਬੈਠਾ, ਮਰਦਾਨਾ ਦੂਜੇ ਪਾਸੇ ਹੋ ਗਿਆ, ਜਿਹੜੇ ਪਾਸਿਓਂ ਸੂਰਜ ਦੀ ਰੌਸ਼ਨੀ ਜਿਸ ਤੇ ਪੈਂਦੀ ਹੈ ਨਾ, ਤੇ ਉਹਦੇ ਤੇ ਪਰਛਾਵਾਂ ਪੈ ਜਾਵੇ। ਹੁਣ ਪਤਾ ਤਾਂ ਹੈ, ਲੱਗ ਗਿਆ ਨਾ ਪਤਾ। ਗੁਰੂ ਨਾਨਕ ਸਾਹਿਬ ਨੂੰ ਕਈ ਦਿਨ ਹੋ ਗਏ ਇੱਥੇ ਇਲਾਜ ਕਰਦਿਆਂ ਨੂੰ। ਹੁਣ ਮਰਦਾਨਾ ਉਲਟ ਖੜ ਗਿਆ, ਜਾ ਕੇ ਕਹਿੰਦਾ, ਭਾਈ ਸਾਹਿਬ ਅਸੀਂ ਵੀ ਤੁਹਾਡੇ ਵਰਗੀ ਆ, ਤੇ ਸਾਨੂੰ ਨਾ ਅੱਗ ਚਾਹੀਦੀ ਆ, ਤੇ ਅੱਗ ਦਿਓ, ਤੇ ਅਸੀਂ ਜਾਣਾਗਾ, ਭੋਜਨ ਪਾਣੀ ਦਾ ਪ੍ਰਬੰਧ ਕਰਨਾਗਾ। ਹੁਣ ਇਹ ਵੈਸ਼ਨੂੰ ਨੂੰ ਤਾਂ ਪਤਾ ਹੀ ਹੈ ਨਾ ਵੀ ਇੱਥੇ ਆਇਆ ਪਿਆਗਾ ਇੱਕ ਨਾਨਕ ਨਾਮੀ ਪੁਰਖ, ਤੇ ਉਹਦੇ ਨਾਲ ਇੱਕ ਮਰਾਸੀ ਹੈ ਮਰਦਾਨਾ, ਉਹ ਰਬਾਬ ਵਜਾਉਂਦਾ ਤੇ ਉਹ ਸ਼ਬਦ ਗਾਇਨ ਕਰਦਾਗਾ। ਪਤਾ ਲੱਗ ਗਿਆ ਨਾ ਵੀ ਇਹ ਸ਼ੂਦਰ ਆ ਇਹ। ਹੁਣ ਮਰਦਾਨੇ ਨੇ ਪਿਆਰ ਦੇ ਨਾਲ ਅੱਗ ਮੰਗੀ ਆ, ਤੇ ਉਹ ਵੈਸ਼ਨੂੰ ਸਾਧ ਅੱਗ ਦੀ ਬਲਦੀ ਹੋਈ ਲੱਕੜ ਲੈ ਕੇ, ਚੁਆਤੀ ਲੈ ਕੇ ਨਾ ਮੰਗਰ ਪੈ ਗਿਆ। ਮਰਦਾਨਾ ਅੱਗੇ ਅੱਗੇ ਤੇ ਵੈਸ਼ਨੂੰ ਸਾਧ ਪਿੱਛੇ ਪਿੱਛੇ ਗੁਰੂ ਨਾਨਕ ਸਾਹਿਬ ਕੋਲੇ ਚਲੇ ਗਏ। ਗੁਰੂ ਨਾਨਕ ਸਾਹਿਬ ਨੇ ਰੋਕੇ, ਕੀ ਗੱਲ ਜਰਾ ਮੈਨੂੰ ਦੱਸੋ, ਮੈਨੂੰ ਸਮਝਾਓ ਨਾ, ਦੱਸੋ ਕੀ ਗੱਲ ਹੋ ਗਈ। ਹੁਣ ਵੈਸ਼ਨੂੰ ਸਾਧ ਅੰਦਰੋਂ ਤੜਫਿਆ ਪਿਆ, ਮੱਚਿਆ ਪਿਆਗਾ, ਮੈਂ ਵੈਸ਼ਨੂੰ ਸਾਧ ਆ, ਮੇਰੇ ਤੇ ਦੀ ਪਰਛਾਵੀਂ ਪੈ ਗਈ, ਤੇ ਮੇਰਾ ਧਰਮ ਕਲੰਕਿਤ ਹੋ ਗਿਆ, ਟੁੱਟ ਗਿਆ। ਹੁਣ ਨਾਨਕ ਪੁੱਛਦਾਗਾ ਗੱਲ ਕੀ ਹੋਈ, ਗੱਲ ਤਾਂ ਦੱਸੋ ਨਾ। ਜਦੋਂ ਹੁਣ ਗੱਲ ਦੱਸਣੀ ਸ਼ੁਰੂ ਕੀਤੀ ਨਾ, ਕਹਿੰਦੇ ਦੇਖ ਨਾਨਕ, ਤੇਰਾ ਇਹ ਸ਼ੂਦਰ ਮਰਾਸੀ ਮੇਰੇ ਚੌਂਕੇ ਤੇ ਗਿਆ, ਤੇ ਮੈਂ ਚੌਂਕਾ ਆਪਣਾ ਲਿਪ ਪੋਚ ਕੇ ਰੱਖਿਆ, ਕਾਰ ਕੱਢੀ ਹੋਈ ਹੈ, ਵੀਦੂ ਅੱਗੇ ਕਿਸੇ ਨੇ ਆਉਣਾ ਨਹੀਂ, ਇਹ ਉਹ ਕਾਰ ਟੱਪ ਕੇ ਆਇਆ ਅੰਦਰ, ਫਿਰ ਮੇਰੇ ਤੇ ਇਹਨੇ ਪਰਛਾਵਾਂ ਪਾਇਆ, ਮੈਨੂੰ ਭਿੱਟਤਾ, ਮੇਰੇ ਧਰਮ ਨੂੰ ਕਲੰਕਿਤ ਕਰਤਾ, ਮੇਰਾ ਧਰਮ ਟੁੱਟ ਗਿਆ। ਨਾਨਕ ਨੇ ਨਾ ਉਹ ਵੈਸ਼ਨੂੰ ਸਾਧ ਨੂੰ ਕੁਛ ਕਹਿਣ ਦੀ ਬਜਾਏ, ਦੇਖੋ ਨਾਨਕ ਦਾ ਢੰਗ ਆ ਜਿਹੜਾ ਉਹ ਪ੍ਰਚਾਰ ਕਰਨ ਦਾ ਕਿੰਨਾ ਸੋਹਣਾਗਾ। ਵੈਸ਼ਨੂੰ ਸਾਧ ਨੂੰ ਨਾ ਕੁਝ ਕਹਿਣ ਦੀ ਬਜਾਏ ਨਾਨਕ ਮਰਦਾਨੇ ਨੂੰ ਝਿੜਕਣ ਲੱਗ ਗਏ। ਜਿਹੜੀ ਮਰਦਾਨੇ ਨੂੰ ਝਿੜਕ ਪੈ ਰਹੀ ਆ, ਉਹ ਝਿੜਕ ਦੇ ਵਿੱਚ ਦਵਾਈ ਵੈਸ਼ਨੂੰ ਸਾਧ ਦੀ ਆ। ਝਿੜਕ ਮਰਦਾਨੇ ਨੂੰ ਪੈਂਦੀ ਆ, ਦਵਾਈ ਉਹਦੇ ਚ ਵੈਸ਼ਨੂੰ ਸਾਧ ਦੀ ਆ। ਉਹ ਕਿਵੇਂ? ਹੁਣ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ, ਮਰਦਾਨਿਆ ਤੂੰ ਵੀ ਅਣਜਾਣ ਹੀ ਆ, ਤੈਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਇਹਦਾ ਵਿਚਾਰੇ ਦਾ ਧਰਮ ਇੰਨਾ ਨਾਜ਼ੁਕ ਆ, ਇੰਨਾ ਨਾਜ਼ੁਕ ਆ, ਤੇਰਾ ਪਰਛਾਵਾਂ ਪੈਣ ਦੇ ਨਾਲ ਜਿੰਨੇ ਨੇ ਮੰਤਰ ਪੜ੍ਹੇ ਨੇ ਸਾਰੇ ਨਸ਼ਟ ਹੋ ਗਏ। ਜਿੰਨਾ ਇਹਨੇ ਆਪਣੀ ਕਾਰਿੰਗ ਕੱਢ ਕੇ ਨਾ ਚੁੱਲ੍ਹੇ ਤੇ ਚੌਂਕੇ ਤੇ ਆਪਣੇ ਤੇ ਪੋਚਾ ਮਾਰਿਆ, ਉਹ ਵੀ ਨਸ਼ਟ ਹੋ ਗਿਆ। ਜਿੰਨਾ ਇਹਨੇ ਆਪਣੇ ਵੱਲੋਂ ਕੋਈ ਵੀ ਤਰੀਕਾ ਵਰਤਿਆ, ਤੇਰੀ ਪਰਛਾਵੀਂ ਪੈਣ ਦੇ ਨਾਲ ਇਹਦਾ ਸਾਰੇ ਦਾ ਸਾਰਾ ਉਹ ਕੀਤਾ ਹੋਇਆ ਕਾਰਜ ਕਲੰਕਿਤ ਹੋ ਗਿਆ, ਤੇ ਇਹਦਾ ਧਰਮ ਵਿਚਾਰੇ ਦਾ ਨਾ ਟੁੱਟ ਗਿਆ। ਦੇਖ ਮਰਦਾਨਿਆ, ਵਿਚਾਰੇ ਦਾ ਧਰਮ ਕਿੰਨਾ ਨਾਜ਼ੁਕ ਆ। ਹੁਣ ਗੁਰੂ ਨਾਨਕ ਸਾਹਿਬ ਕਹੇ ਮਰਦਾਨੇ ਨੂੰ ਰਹੇ ਨੇ, ਤੇ ਕੰਨ ਵੈਸ਼ਨੂੰ ਸਾਧ ਦੇ ਖੜੇ ਹੋ ਰਹੇ ਨੇ ਵੀ ਇਹ ਸਮਝਾ ਮੈਨੂੰ ਰਹੇ ਆ ਜਾਂ ਮਰਦਾਨੇ ਨੂੰ ਝਿੜਕ ਰਹੇ ਨੇ। ਝਿੜਕ ਮਰਦਾਨੇ ਨੂੰ ਆ, ਪਰ ਜਿਹੜੀ ਦਵਾਈ ਆ ਉਹ ਵੈਸ਼ਨੂੰ ਸਾਧ ਨੂੰ ਮਿਲ ਰਹੀ ਆ। ਮਤਲਬ ਗੁਰੂ ਨਾਨਕ ਸਾਹਿਬ ਨੇ ਅਜਿਹੇ ਢੰਗ ਦੇ ਨਾਲ ਗੱਲਬਾਤ ਕੀਤੀ, ਮਰਦਾਨਾ ਆਪਣੇ ਵੱਲੋਂ ਹੰਗਾਰਾ ਵੀ ਭਰ ਰਿਹਾਗਾ, ਤੇ ਵੈਸ਼ਨੂੰ ਸਾਧ ਨੂੰ ਸਮਝਾਇਆ ਵੀ ਜਾ ਰਿਹਾਗਾ। ਆਖਰਕਾਰ ਕਾਫੀ ਗੱਲਾਂ ਹੋਣ ਤੇ ਵੈਸ਼ਨੂੰ ਸਾਧ ਨੂੰ ਜਦੋਂ ਪਤਾ ਲੱਗ ਗਿਆ ਨਾ ਵੀ ਮਰਦਾਨੇ ਨੂੰ ਗੁਰੂ ਸਾਹਿਬ ਨਹੀਂ ਕਹਿ ਰਹੇ, ਕਹਿ ਤਾਂ ਮੈਨੂੰ ਰਹੇ ਨੇ ਵੀ ਇੰਨਾ ਧਰਮ ਨਾਜ਼ੁਕ ਆ, ਤੇਰਾ ਪਰਛਾਵਾਂ ਪੈਣ ਦੇ ਨਾਲ ਟੁੱਟ ਗਿਆ। ਮੰਨ ਲਵੋ ਵੀ ਇਹ ਮਰਨ ਕਿਨਾਰੇ ਹੋਵੇ, ਤੇ ਉਧਰੋਂ ਇਹਨੇ ਆਪਣੇ ਮੰਤਰ ਪੜ੍ਹੇ ਹੋਣ, ਤੇ ਉਧਰੋਂ ਤੇਰੇ ਵਰਗਾ ਵਿਅਕਤੀ ਵਗ ਜੇ ਤੇ ਜਾ ਕੇ ਪਰਛਾਵਾਂ ਪਾ ਦੇਵੇਂ ਆਪਣਾ, ਤੇ ਭਾਵ ਕੀ ਆ, ਇਹਦੀ ਕੀਤੀ ਸਾਰੀ ਕਮਾਈ ਹੁਣ ਤੱਕ ਸਾਰੀ ਉਮਰ ਦਾ ਕੀਤੇ ਹੋਏ ਜਾਪ, ਕੀਤੇ ਹੋਏ ਮੰਤਰ ਸਾਰੇ ਨਸ਼ਟ ਹੋ ਜਾਣਗੇ। ਫਿਰ ਉਦੋਂ ਬਾਅਦ ਵਿਚਾਰਾ ਕੀ ਕਰੂ? ਅਜੇ ਤਾਂ ਇਹਦੀ ਮਰਨ ਦੀ ਉਮਰ ਪਈ ਆ, ਭਾਵੇਂ ਦੁਬਾਰੇ ਆਪਣੇ ਧਰਮ ਨੂੰ ਕਾਇਮ ਕਰ ਲਵੇਗਾ।
ਜਦੋਂ ਗੁਰੂ ਨਾਨਕ ਸਾਹਿਬ ਨੇ ਇਦਾਂ ਦੀਆਂ ਗੱਲਾਂ ਕੀਤੀਆਂ ਨਾ ਤੇ ਉਹ ਵੈਸ਼ਨੂ ਸਾਧ ਗੁਰੂ ਨਾਨਕ ਸਾਹਿਬ ਦੇ ਚਰਨੀ ਡਿੱਗ ਪਿਆ। ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਸਮਝ ਆ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਇੱਥੇ ਵੀ ਕਹਿਣਾ ਪਵੇਗਾ ਵੀ ਉਹ ਲੋਕ ਸਾਡੇ ਨਾਲੋਂ ਕੁਝ % ਚੰਗੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਲ ਸੁਣ ਕੇ ਨਾ ਮੰਨ ਜਾਂਦੇ ਨੇ, ਤੇ ਮੈਨੂੰ ਹੁਣ ਤੁਸੀਂ ਬਹੁਤਾ ਨਾ ਚੜਿਆਓ। ਮੈਂ ਤੁਹਾਡੀ ਕੀ ਗੱਲ ਕਹਿਣਾ ਚਾਹੁੰਦੇ ਹੋ ਉਹ ਸਮਝ ਗਿਆ। ਅੱਜ ਤੋਂ ਬਾਅਦ ਮੈਂ ਕੱਚੇ ਧਰਮ ਨੂੰ ਨਹੀਂ ਅਪਣਾਵਾਂਗਾ ਤੇ ਮੈਨੂੰ ਸੱਚੀ ਜਾਣਿਓ ਨਾ ਤੁਸੀਂ ਧਰਮੀ ਬਣਾਓ। ਮੈਂ ਤੁਹਾਡੇ ਵੱਲੋਂ ਦਿੱਤੀ ਹੋਈ ਮੱਤ ਨੂੰ ਗ੍ਰਹਿਣ ਕਰਨਾ ਚਾਹੁੰਦਾਗਾ। ਫਿਰ ਗੁਰੂ ਨਾਨਕ ਸਾਹਿਬ ਨੇ ਸ਼ਬਦ ਪੜ੍ਹਿਆ ਨਾ ਸ੍ਰੀ ਰਾਗ ਦੇ ਵਿੱਚ, ਕੁਬਿਧ ਡੂਮਣੀ ਕੁਦਇਆ ਕਸੈਣ ਪਰ ਨਿੰਦਾ ਘਟ ਚੂੜੀ, ਅੰਦਰ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ, ਵੀ ਤੇਰੀਆਂ ਕਾਰਾਂ ਕੱਢਣ ਦਾ ਕੀ ਫਾਇਦਾ ਜੇ ਤੇਰੇ ਅੰਦਰ ਆ ਬਿਮਾਰੀ ਆ, ਤੇਰੇ ਅੰਦਰ ਤਾਂ ਬਿਮਾਰੀ ਆ ਗਈ। ਹੁਣ ਗੁਰੂ ਨਾਨਕ ਸਾਹਿਬ ਨੇ ਥਰਮਾਮੀਟਰ ਲਾ ਕੇ ਨਾ ਦੱਸ ਦਿੱਤਾ ਤੈਨੂੰ ਤਾਂ ਟਾਈਫਾਇਡ ਹੋਇਆ ਪਿਆਗਾ, ਬਾਹਲਾ ਵਧਿਆ ਪਿਆ ਕੰਮ। ਕਿਹੜਾ ਕਿਹੜਾ? ਕੁਬਿਧ ਡੂਮਣੀ, ਡੂਮਣੀ ਤੋਂ ਭਾਵ ਮਰਾਸਣ। ਇਹ ਮਰਾਸੀ ਨਹੀਂ ਸਰੀਰ ਕਰਕੇ, ਮਰਾਸੀ ਤੂੰ ਆ। ਇਹ ਨਿੱਕੀ ਜਾਤ ਦਾ ਨਹੀਂ, ਨਿੱਕੀ ਜਾਤ ਦਾ ਤੂੰ ਆ। ਕਿਉਂ? ਕਿਉਂਕਿ ਇਹਦੀ ਜਾਤ ਤੂੰ ਪਰਖਦਾ, ਧਰਮ ਤੇਰਾ ਟੁੱਟ ਗਿਆ। ਇਹ ਤੇਰੇ ਨਾਲੋਂ ਵੱਡਾ, ਇਹ ਛੋਟਾ ਨਹੀਂ ਹੈ। ਜਿਹੜੇ ਦੀ ਪਰਛਾਵੀਂ ਤੇਰਾ ਧਰਮ ਤੋੜਦੀ ਆ, ਤੂੰ ਐਸਾ ਹਵਲਾ ਵੱਡਾ ਕੌਣ ਆ ਤੇਰੇ ਚੋਂ? ਤੂੰ ਆ ਕੀ ਆ? ਮੰਨ ਗਿਆ, ਕਹਿੰਦਾ ਇਹੀ ਵੱਡਾ, ਮੇਰਾ ਧਰਮ ਤਾਂ ਕੱਚਾ ਹੀ ਹੈ ਨਾ, ਜਿਹੜਾ ਉਹਦਾ ਪਰਛਾਵਾਂ ਪੈਣ ਦੇ ਨਾਲ ਮੇਰਾ ਧਰਮ ਟੁੱਟ ਗਿਆ। ਕੁਬਿਧ ਦੋ ਚਿੱਤਾਪਣ, ਡੂਮਣੀ ਮਰਾਸਣ। ਕੁਬਿਧ ਡੂਮਣੀ ਕੁਦਇਆ, ਇੱਕ ਦਇਆ ਹੁੰਦੀ ਹੈ ਨਾ, ਇੱਕ ਕਦਇਆ। ਕੁਦਇਆ ਕਸੈਣ ਭਾਵ ਤੇਰੇ ਅੰਦਰ ਕਸਾਈ ਪੁਣਾਗਾ, ਤੇਰੇ ਅੰਦਰ ਦਇਆ ਨਹੀਂ ਹੈ। ਤੇ ਬਾਬੇ ਨਾਨਕ ਦਾ ਸਿਧਾਂਤ ਕੀ ਆ? ਧੌਲ ਧਰਮ ਦਇਆ ਕਾ ਪੂਤ, ਭਾਵ ਸਭ ਦੇ ਅੰਦਰ ਦਇਆ ਹੋਣੀ ਜ਼ਰੂਰੀ ਆ। ਤੇਰੇ ਅੰਦਰ ਦਇਆ ਨਹੀਂ ਹੈ, ਤੇਰੇ ਅੰਦਰ ਕੁਦਇਆ, ਕੁਦਇਆ ਕਸੈਣ ਕਸਾਈ ਮਤ ਹੈ। ਫਿਰ ਅੱਗੇ ਕੁਬਿਧ ਡੂਮਣੀ ਕੁਦਇਆ ਕਸੈਣ ਪਰ ਤੋਂ ਭਾਵ ਬਗਾਨੀ, ਪਰ ਨਿੰਦਾ ਨਿੰਦਕ, ਪਰ ਨਿੰਦਾ ਘਟ ਚੂੜੀ, ਭਾਵ ਹੋਛੀ ਮਤ ਤੇਰੇ ਅੰਦਰੋਂ ਕੂੜੇ ਕੰਮ ਗਲਤ ਕਰਵਾ ਰਹੀ ਹੈਗੀ, ਤੇਰੇ ਨਾਲ ਵਿਵਹਾਰ ਆ ਜਿਹੜਾ ਉਹ ਗਲਤ ਕਰਵਾ ਰਹੀ ਆ। ਇਸ ਤਰ੍ਹਾਂ ਦਾ ਪੱਖ ਤੇਰਾ ਨਹੀਂ ਹੋਣਾ ਚਾਹੀਦਾਗਾ। ਹੋਛੀ ਮਤ ਤੇਰੀ ਨੀਵੀਂ ਜਾਤ ਹੈ, ਇਹਦੀ ਜਾਤ ਨੀਵੀਂ ਨਹੀਂ, ਜਾਤ ਤੇਰੀ ਨੀਵੀਂ ਹੈਗੀ। ਫਿਰ ਪਾਸ਼ਾ ਜੀ ਕਹਿੰਦੇ ਪਰ ਨਿੰਦਾ ਘਟ ਚੂੜੀ, ਅੰਤਰ ਤੇਰੇ ਅੰਦਰ ਕ੍ਰੋਧ ਬੜਾ ਕ੍ਰੋਧ ਆ। ਚੰਡਾਲ, ਉਹ ਚੰਡਾਲ ਬਣਿਆ ਬੈਠਾ, ਤੂੰ ਤਾਂ ਚੰਡਾਲ ਬਣ ਕੇ ਇਹਦੇ ਮਗਰ ਪੈ ਗਿਆ। ਅਸੀਂ ਸੋਚਿਆ ਹਰਿਦੁਆਰ ਦੀ ਧਰਤੀ ਤੇ ਹਰੀ ਦੇ ਪਿਆਰੇ ਮਿਲਣਗੇ ਜਿਨ੍ਹਾਂ ਦੇ ਅੰਦਰ ਮਠਾਸ ਹੋਵੇ, ਪਿਆਰ ਹੋਵੇ, ਦਇਆ ਹੋਵੇ, ਉਹ ਮਿਲਣਗੇ ਨਾ। ਪਰ ਸਾਨੂੰ ਤਾਂ ਇਉਂ ਪਤਾ ਲੱਗਿਆ ਅੱਜ ਹਰੀ ਦੇ ਦੁਆਰੇ ਤੇ ਵੀ ਅੱਗ ਬੁਝਾਉਣ ਵਾਲੇ ਨਹੀਂ, ਅੱਗ ਲਾਉਣ ਵਾਲੇ ਬੈਠੇ ਨੇ। ਸਾਨੂੰ ਤਾਂ ਪਤਾ ਹੀ ਅੱਜ ਲੱਗਿਆ। ਬਾਬਾ ਨਾਨਕ ਕਹਿੰਦਾ ਜਦੋਂ ਇਦਾਂ ਸ਼ਬਦ ਪੜ੍ਹ ਕੇ ਗੁਰੂ ਨਾਨਕ ਸਾਹਿਬ ਨੇ ਮੱਤ ਦਿੱਤੀ ਨਾ, ਸੱਚੀ ਜਾਣਿਓ ਇੰਨਾ ਬਰਾਗ ਦੇ ਵਿੱਚ ਭਿੱਜ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਡਿੱਗਿਆ। ਕਹਿੰਦਾ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਆਪਣਾ ਧਰਮ ਛੱਡਿਆ। ਬਸ ਉਹ ਧਰਮ ਨਹੀਂ, ਵੈਸੇ ਆਪਾਂ ਬੋਲ ਰਹੇ ਵੀ ਧਰਮ ਛੱਡਿਆ, ਆਪਣੀ ਮੱਤ ਛੱਡੀ। ਅੱਜ ਤੋਂ ਬਾਅਦ ਕਿਹਦੀ ਮੱਤ ਅਪਣਾਈ? ਗੁਰੂ ਦੀ ਮੱਤ ਅਪਣਾ ਲਈ। ਕਿੰਨਾ ਚੰਗਾ ਉਹ ਵੈਸ਼ਨੂ ਸਾਧ ਸੀ ਜਿਹਨੇ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਮੱਤ ਅਪਣਾ ਲਈ। ਫਿਰ ਗੁਰੂ ਨਾਨਕ ਸਾਹਿਬ ਨੇ ਇੱਥੇ ਇੱਕ ਨਹੀਂ ਅਨੇਕਾਂ ਹੋਰ ਵੀ ਕੌਤਕ ਵਰਤਾਏ, ਜਿਨ੍ਹਾਂ ਕੌਤਕਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਨੇ ਵੱਡੇ ਵੱਡੇ ਪਿੱਲਰ, ਵੱਡੇ ਵੱਡੇ ਥੰਮ, ਵੱਡੀਆਂ ਵੱਡੀਆਂ ਨਿਉਆਂ ਪੁੱਟ ਕੇ ਨਾ ਪਾਸੇ ਰੱਖ ਦਿੱਤੀਆਂ। ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਨਿਉਂ ਧਰ ਦਿੱਤੀ। ਮਨਮਤ ਦੀ ਨਿਉਂ ਪੱਟ ਕੇ ਮਿੱਟੀ ਘੱਟਾ ਵਿੱਚੋਂ ਕੱਢ ਕੇ ਨਾ ਉਹ ਪਾਸੇ ਕਰ ਦਿੱਤਾ, ਸੱਚ ਦੀ ਨਿਉਂ ਰੱਖ ਦਿੱਤੀ। ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਸੈਂਕੜੇ, ਹਜ਼ਾਰ ਜਾਂ ਲੱਖਾਂ ਦੀ ਗਿਣਤੀ ਜਿੰਨੀ, ਸੱਚੀ ਗੱਲ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਹੀ ਪੜ੍ਹਨ ਨੂੰ ਮਿਲਦਾ। ਕਰੋੜਾਂ ਦੀ ਗਿਣਤੀ ਵਿੱਚ ਸਿੱਖ ਤਿਆਰ ਕੀਤੇ ਸੀ, ਸਟੂਡੈਂਟ ਤਿਆਰ ਕੀਤੇ ਸੀ, ਇਕੱਲੇ ਨੇ ਕਰੋੜਾਂ ਦੀ ਗਿਣਤੀ 'ਚ। ਜਿੱਥੇ ਵੀ ਗੁਰੂ ਨਾਨਕ ਸਾਹਿਬ ਜਾਂਦੇ ਉੱਥੇ ਟੀਚਰ ਬਣਾ ਕੇ ਅਗਲੇ ਨੂੰ ਆਪ ਗਾਹਾਂ ਵਗ ਜਾਂਦੇ, ਤੂੰ ਇੱਥੇ ਹੁਣ ਸੰਭਾਲ, ਅਸੀਂ ਗਾਹਾਂ ਜਾਂਦੇ ਹਾਂ। ਤਾਂ ਹੀ ਗੁਰੂ ਨਾਨਕ ਸਾਹਿਬ ਦਾ ਇੱਕ ਉਪਦੇਸ਼ ਸੀ, ਜਿੱਥੇ ਚੰਗੇ ਲੋਕ ਸੀ ਉਹਨਾਂ ਨੂੰ ਕਹਿੰਦਾ ਸੀ ਉੱਜੜ ਜੋ,
ਤੇ ਜਿੱਥੇ ਘਟੀਆ ਲੋਕ ਸੀ ਨਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦਾ ਸੀ ਵਸੇ ਰਹੋ। ਹੁਣ ਆਪਾਂ ਨੂੰ ਤਾਂ ਭਾਸ਼ਾ ਉਲਟ ਲੱਗਦੀ ਹੈ ਨਾ ਵੀ ਗੁਰੂ ਨਾਨਕ ਸਾਹਿਬ ਇਹ ਬੋਲੀ ਗਲਤ ਬੋਲਦੇ ਨੇ। ਚੰਗਿਆਂ ਨੂੰ ਕਹਿੰਦਾ ਉਜੜ ਜਾਓ ਤੇ ਮਾੜਿਆਂ ਨੂੰ ਕਹਿੰਦਾ ਵਸੇ ਰਹੋ। ਕਿਉਂ? ਜੇ ਮਾੜਾ ਗਾਹਾਂ ਜਾਊ ਨਾ ਇਹ ਗੰਦ ਖਿਲਾਰੂਗਾ, ਜੇ ਚੰਗਾ ਬੰਦਾ ਹੋਰਾਂ ਥਾਵੇਂ ਪਾਸੇ ਨਿਕਲ ਜੂ ਨਾ, ਹੋਰ ਪੜਾ ਕਰੂਗਾ ਤੇ ਉਹ ਆਪਣੇ ਵਰਗੇ ਹੋਰ ਬੂਟੇ ਉੱਥੇ ਤਿਆਰ ਕਰ ਸਕਦਾ ਗਾ। ਤਾਈਓ ਗੁਰੂ ਨਾਨਕ ਸਾਹਿਬ ਨੇ ਜਿੱਥੇ ਵੀ ਜਾਂਦੇ ਬੂਟਾ ਲਾਉਂਦੇ, ਉਹ ਬੂਟੇ ਨੂੰ ਅੱਗੇ ਕਹਿੰਦੇ ਤੂੰ ਆਪਣੀ ਖੁਸ਼ਬੂ ਇਲਾਕੇ ਵਿੱਚ ਹੋਰ ਵੰਡ। ਫਿਰ ਵੈਸ਼ਨੋ ਸਾਧ ਜਿੰਨਾ ਟਾਈਮ ਜਿਉਂਦਾ ਰਿਹਾ ਗੁਰੂ ਨਾਨਕ ਸਾਹਿਬ ਦੇ ਮਤ ਦਾ ਪ੍ਰਚਾਰ ਕਰਦਾ ਰਿਹਾ। ਅੱਜ ਦੀ ਵਿਚਾਰ ਆਪਣੀ ਇੱਥੋਂ ਤੱਕ ਹੀ ਸਮਾਪਤ ਆ ਤੇ ਅੱਗੇ ਗੁਰੂ ਸਾਹਿਬ ਜੀ ਕਿਸ ਪਾਸੇ ਜਾਂਦੇ ਨੇ ਉਹ ਆਉਣ ਵਾਲਾ ਇਤਿਹਾਸ ਦੱਸੇਗਾ। ਹੋਈਆਂ ਭੁੱਲਾਂ ਦੀ ਖਿਮਾ, ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦੇ ਨੇ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।